ਤੁਸੀਂ ਬੜੇ ਪਿਆਰ ਨਾਲ ਗੱਜ ਵੱਜ ਕੇ ਇਕਾਗਰ ਚਿੱਤ ਹੋ ਕੇ ਬਾਣੀ ਪੜ੍ਹ ਰਹੇ ਸੀ। ਸੱਚ ਜਾਣਿਓ ਮਨ ਨਹੀਂ ਸੀ ਕਰਦਾ ਵੀ ਤੁਹਾਨੂੰ ਰੋਕਿਆ ਜਾਏ, ਪਰ ਨਾ ਕਦੇ ਕਦੇ ਮੈਨੂੰ ਇਸ ਤਰ੍ਹਾਂ ਲੱਗਦਾ ਬਈ ਆ ਘੜੀ ਦੀਆਂ ਕਮਜ਼ੋਰ ਜਿਹੀਆਂ ਸੂਈਆਂ ਬੜੀਆਂ ਮਜ਼ਬੂਤ ਨੇ, ਇਹ ਭੱਜੀਆਂ ਜਾਂਦੀਆਂ ਨੇ, ਸਾਨੂੰ ਰੋਕ ਦਿੰਦੀਆਂ ਨੇ। ਵਾਹਿਗੁਰੂ, ਮਜਬੂਰੀ ਹੈ, ਸਮਾਂ ਹੋ ਰਿਹਾ ਹੈ, ਸਮਾਪਤੀ ਦਾ ਸਮਾਂ ਹੋ ਰਿਹਾ। ਪਰ ਨਾ ਵੈਸੇ ਨਾ ਮੈਨੂੰ ਵੀ ਨਾ ਬੜਾ ਔਖਾ ਲੱਗ ਰਿਹਾ ਇਸ ਵਾਰ ਕੈਂਪ ਵਿੱਚੋਂ ਵਿਛੜਨਾ। ਯਕੀਨ ਜਾਣਿਓ, ਭਾਵੇਂ ਗੁਰੂ ਦੀ ਕਿਰਪਾ ਸਦਕਾ ਹਰ ਵਾਰ ਹੀ ਕੈਂਪ ਵਿੱਚ ਆ ਕੇ ਬਾਣੀ ਪੜ੍ਹਦਿਆਂ ਨਵੇਂ ਨਵੇਂ ਤਜਰਬੇ ਹੁੰਦੇ ਰਹਿੰਦੇ ਨੇ, ਨਵੀਆਂ ਨਵੀਆਂ ਗੱਲਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ। ਪਰ ਇਸ ਵਾਰ ਇਸ ਕੈਂਪ ਵਿੱਚ ਅਸੀਂ ਸਾਰਿਆਂ ਨੇ ਇੱਕ ਗੱਲ ਹੋਰ ਵੱਖਰੀ ਪ੍ਰਤੀਤ ਕੀਤੀ, ਮੈਂ ਤੁਹਾਡੇ ਨਾਲ ਸਾਂਝੀ ਕਰਦਾ। ਦੇਖੋ, ਕਦੇ ਕਦੇ ਸਾਡੇ ਮਨ ਵਿੱਚ ਆਉਣ ਲੱਗ ਪੈਂਦਾ ਹੈ ਵੀ ਅਸੀਂ ਤਾਂ ਰੋਜ਼ ਹੀ ਬਾਣੀ ਪੜ੍ਹਦੇ ਹਾਂ, ਅੱਛਾ ਕੈਂਪ ਵਿੱਚ ਜਾ ਕੇ ਸਾਨੂੰ ਕੀ ਮਿਲੇਗਾ। ਪਰ ਸੱਚ ਜਾਣਿਓ, ਮੈਂ ਆਪ ਮੇਰੇ ਨਾਲ, ਪਰਿਵਾਰ ਨਾਲ, ਸੁਖਵੰਤ ਕੌਰ ਹੋਰਾਂ ਨਾਲ, ਮਨਪ੍ਰੀਤ ਕੌਰ ਹੋਰਾਂ ਨਾਲ, ਸਾਰਿਆਂ ਨਾਲ ਇਹ ਗੱਲ ਵਾਪਰ ਰਹੀ ਹੈ ਕਿ ਸਾਨੂੰ ਬਹਿਣਾ ਬੜਾ ਔਖਾ ਲੱਗਦਾ ਹੈ। ਖਾਸ ਕਰਕੇ ਲਗਾਤਾਰ ਲੰਬਾ ਸਮਾਂ ਚੌਂਕੜੀ ਮਾਰ ਕੇ ਬਹਿਣਾ ਔਖਾ ਲੱਗਦਾ ਹੈ, ਬਹਿ ਨਹੀਂ ਹੁੰਦਾ। ਪਰ ਇਸ ਵਾਰ ਕੈਂਪ ਵਿੱਚ ਆ ਕੇ ਘੰਟਿਆਂ ਬੱਧੀ ਚੌਂਕੜਾ ਮਾਰ ਕੇ ਆਰਾਮ ਨਾਲ ਬੈਠੇ ਰਹੇ ਹਾਂ। ਮੈਨੂੰ ਆਪ ਨਹੀਂ ਪਤਾ ਬਈ ਇਹ ਗੱਲ ਕਿਉਂ ਵਾਪਰ ਰਹੀ ਹੈ, ਕਿਵੇਂ ਵਾਪਰ ਰਹੀ ਹੈ। ਇਹ ਗੱਲ ਹੋਰ ਜਿਹੜੀ ਆਮ ਸੰਗਤ ਦੇ ਮਨ ਵਿੱਚ ਹੁੰਦੀ ਹੈ। ਵਾਹਿਗੁਰੂ ਜਦੋਂ ਅਨਾਊਂਸ ਕਰਦੇ ਆ ਨਾ ਬਈ ਦੁੱਖ ਨਿਵਾਰਨ ਕੈਂਪ ਲਗਾਉਣ ਲੱਗੇ ਆ, ਅਤੇ ਆਮ ਕਰਕੇ ਆਮ ਸੰਗਤ ਦੇ ਮਨ ਵਿੱਚ ਖਿਆਲ ਇਹ ਹੁੰਦਾ ਵੀ ਠੀਕ ਹੈ ਜੀ, ਇੱਥੇ ਤਾਂ ਉਹ ਲੋਕ ਜਾਣ ਜਿਹੜੇ ਵਿਚਾਰੇ ਦੁਖੀ ਨੇ, ਸਾਨੂੰ ਤਾਂ ਕੋਈ ਦੁੱਖ ਹੈ ਨਹੀਂ। ਹਾਲਾਂਕਿ ਸੱਚ ਗੱਲ ਜੇ ਅਸੀਂ ਉਸ ਵੇਲੇ ਇਹ ਸਮਝ ਰਹੇ ਹੁੰਦੇ ਹਾਂ ਬਈ ਦੁੱਖ ਦਾ ਮਤਲਬ ਸਿਰਫ ਸਰੀਰਕ ਦੁੱਖ ਹੈ, ਜਦੋਂ ਕਿ ਮਾਨਸਿਕ ਦੁੱਖਾਂ ਨਾਲ ਜਾਨ ਨਿਕਲੀ ਪਈ ਹੁੰਦੀ ਹੈ। ਬਹੁਤੇ ਸਰੀਰਕ ਦੁੱਖ ਵੀ ਮਾਨਸਿਕ ਦੁੱਖਾਂ ਤੋਂ ਆ ਰਹੇ ਹੁੰਦੇ ਨੇ। ਫਿਰ ਸਿਰਫ ਇੰਨਾ ਹੀ ਨਹੀਂ, ਅੱਜ ਮੈਂ ਜਿਸ ਵੇਲੇ ਰਿਪੋਰਟਾਂ ਦੇਖ ਰਿਹਾ ਸਾਂ, ਸੱਚ ਜਾਣਿਓ ਮੈਨੂੰ ਬੜੀ ਖੁਸ਼ੀ ਵੀ ਹੋਈ, ਬੜੀ ਹੈਰਾਨੀ ਵੀ ਹੋਈ ਬਈ ਕੈਂਪ ਜਿਹੜਾ ਲਗਾਉਣਾ ਉਹ ਸਿਰਫ ਤੇ ਸਿਰਫ ਸਰੀਰਕ ਦੁੱਖ ਦੂਰ ਕਰਨ ਲਈ ਜਾਂ ਮਾਨਸਿਕ ਦੁੱਖ ਦੂਰ ਕਰਨ ਲਈ ਨਹੀਂ, ਬਲਕਿ ਇਹਦੇ ਵਿੱਚ ਆ ਕੇ ਗੱਲ ਹੋਰ ਵੀ ਬੜੀ ਵੱਡੇ ਪੱਧਰ 'ਤੇ ਹੋ ਰਹੀ ਹੈ। ਔਰ ਉਹ ਹੈ ਕਿਸੇ ਦੇ ਮਨ ਵਿੱਚ ਨਾਮ ਜਪਣ ਦਾ, ਬਾਣੀ ਪੜ੍ਹਨ ਦਾ ਉਤਸ਼ਾਹ ਪੈਦਾ ਹੋ ਜਾਣਾ। ਜਿਸ ਵੇਲੇ ਮੈਂ ਵੇਖਦਾ ਨਾ ਬਾਣੀ ਪੜ੍ਹਦਿਆਂ ਕਿੰਨੇ ਸਾਰੇ ਲੋਕ ਵੈਰਾਗਵਾਨ ਹੋਏ ਹੋਏ ਨੇ, ਕਿੰਨਾਂ ਨੂੰ ਵੈਰਾਗ ਆ ਰਿਹਾ। ਹੁਣੇ ਭੈਣ ਜੀ ਮੈਨੂੰ ਆਖਦੇ ਪਏ ਸਨ, ਵੀਰ ਜੀ ਮੇਰਾ ਨਾ ਘੜੀ ਘੜੀ ਰੋਣ ਨਿਕਲੀ ਜਾਂਦਾ। ਦੇਖੋ ਇਹਨਾਂ ਨੂੰ ਨਾ ਠੀਕ ਹੈ, ਬਹੁਤਾ ਅਹਿਸਾਸ ਨਹੀਂ ਹੈਗਾ ਇਸ ਗੱਲ ਦਾ, ਪਰ ਇਹ ਰੋਣ ਨਹੀਂ ਹੈਗਾ। ਰੋਣ ਤੇ ਦੁੱਖ ਤੋਂ ਨਿਕਲਦਾ। ਤੁਹਾਨੂੰ ਇਸ ਵੇਲੇ ਕਿਸੇ ਨੇ ਕੋਈ ਦੁੱਖ ਦਿੱਤਾ, ਕਿਸੇ ਨੇ ਕੋਈ ਮਾੜਾ ਬੋਲਿਆ? ਅਸਲ ਵਿੱਚ ਇਹ ਰੋਣ ਨਹੀਂ ਹੈਗਾ, ਬਲਕਿ ਇਹ ਤੇ ਗੁਰੂ ਦੇ ਪ੍ਰੇਮ ਦਾ ਵੈਰਾਗ ਹੈ। ਸ਼ੁਕਰ ਕਰੀਏ, ਸ਼ੁਕਰ ਕਰੀਏ, ਸ਼ੁਕਰ ਕਰੀਏ। ਆਦਰਯੋਗ ਭਾਈ ਸਾਹਿਬ, ਭਾਈ ਨੰਦ ਲਾਲ ਸਾਹਿਬ ਜੀ ਨੇ ਬੜੇ ਪਿਆਰੇ ਬਚਨ ਆਖੇ ਸਨ। ਉਹ ਕਹਿੰਦੇ ਨੇ ਕਿ ਦਰਿਆਏ ਕਿ ਦੋ ਚਸ਼ਮੇ ਮਨ ਕੇ ਦਰਿਆਏ ਅਜ਼ੀਮਲ ਸ਼ਾਹ ਬਵਦ ਗੋਇਆ। ਮੈਨੂੰ ਬੜੇ ਪਿਆਰੇ ਲੱਗਦੇ ਨੇ ਉਹਨਾਂ ਦੇ ਬੋਲ, ਫਾਰਸੀ ਦੇ ਨੇ। ਦੋ ਚਸ਼ਮੇ ਮਨ ਮੇਰੀਆਂ ਦੋ ਅੱਖਾਂ। ਉਹ ਕਹਿੰਦੇ ਨੇ ਮੇਰੀਆਂ ਦੋ ਅੱਖਾਂ ਸਿਰਫ ਅੱਖਾਂ ਨਹੀਂ ਹੈਗੀਆਂ, ਬਲਕਿ ਇਹ ਤੇ ਦਰਿਆ ਵਾਂਗ ਨੇ। ਇਹਨਾਂ 'ਚੋਂ ਹਰ ਵੇਲੇ ਦਰਿਆ ਵਾਂਗ ਪਾਣੀ ਵਹਿੰਦਾ ਰਹਿੰਦਾ ਹੈ। ਪਰ ਇਹ ਆਮ ਦਰਿਆ ਵਾਂਗ ਵੀ ਨਹੀਂ ਜੇ, ਬਲਕਿ ਇਹਨਾਂ ਵਿੱਚੋਂ ਤਾਂ ਨਿਕਲੀਆਂ ਹੋਈਆਂ ਦੋ ਬੂੰਦਾਂ ਹੋਰ ਸੈਂਕੜੇ ਹਿਰਦਿਆਂ ਨੂੰ ਸਿੰਜਣ ਦੀ ਤਾਕਤ ਰੱਖਦੀਆਂ ਨੇ। ਵਾਹਿਗੁਰੂ।
ਸਤਿਗੁਰੂ ਪਾਤਸ਼ਾਹ ਕਿਰਪਾ ਕਰਨ, ਕਿਤੇ ਨਾ ਸਾਨੂੰ ਸਾਰਿਆਂ ਨੂੰ ਗੁਰੂ ਦੇ ਪਿਆਰ ਦੀ, ਬਾਣੀ ਦੇ ਪਿਆਰ ਦੀ ਇਹ ਬਰਕਤ ਨਸੀਬ ਹੋਵੇ। ਜਦੋਂ ਅਸੀਂ ਬਾਣੀ ਪੜ੍ਹ ਕੇ, ਨਾਮ ਜਪ ਕੇ, ਗੁਰੂ ਦੇ ਪ੍ਰੇਮ ਵਿੱਚ ਕੀਰਤਨ ਸੁਣਦਿਆਂ ਹੋਇਆਂ ਸਾਡਾ ਹਿਰਦਾ ਵੈਰਾਗ ਵਿੱਚ ਆ ਜਾਏ। ਮੈਨੂੰ ਇੱਕ ਗੱਲ ਹੋਰ ਬੜੀ ਚੰਗੀ ਲੱਗਦੀ ਹੈ। ਭਾਈ ਸਾਹਿਬ, ਭਾਈ ਨੰਦ ਲਾਲ ਸਾਹਿਬ ਜੀ ਆਖਦੇ ਨੇ, ਕਹਿੰਦੇ ਨੇ ਦੇਖੋ, ਉਹ ਇੱਕ ਉਦਾਹਰਣ ਦੇ ਰਹੇ ਨੇ, ਕਹਿੰਦੇ ਨੇ ਹਰੇਕ ਬੂਟੇ ਦਾ ਅੰਤ ਉਸ ਨੂੰ ਫਲ ਲੱਗਣਾ ਨਾ। ਬੂਟਾ ਇਸ ਲਈ ਲਾਈਦਾ ਨਾ ਵੀ ਉਸ ਨੂੰ ਫਲ ਲੱਗੇ, ਪਰ ਉਹ ਕਹਿੰਦੇ ਨੇ ਅਕਾਲ ਪੁਰਖ ਵਾਹਿਗੁਰੂ ਦੇ ਪ੍ਰੇਮ ਦੇ ਬੂਟੇ ਨੂੰ ਮਿਲਾਪ ਦਾ ਫਲ ਕੋਈ ਨਹੀਂ ਉਹ ਲੱਗਣਾ। ਭਾਈ ਨੰਦ ਲਾਲ ਸਾਹਿਬ, ਤੇਰੇ ਹਿਰਦੇ ਵਿੱਚ ਜਿਹੜਾ ਅਕਾਲ ਪੁਰਖ ਵਾਹਿਗੁਰੂ ਦੇ ਪ੍ਰੇਮ ਦਾ ਬੂਟਾ ਹੈ, ਇਸ ਨੂੰ ਮਿਲਾਪ ਦਾ ਫਲ ਨਹੀਂ ਲੱਗਣਾ। ਕਿਉਂ ਨਹੀਂ ਲੱਗਣਾ? ਭਾਈ ਨੰਦ ਲਾਲ ਸਾਹਿਬ ਆਖਦੇ ਨੇ ਕਿਉਂਕਿ ਤੂੰ ਇਸ ਬੂਟੇ ਦੀਆਂ ਜੜ੍ਹਾਂ ਵਿੱਚ ਆਪਣੀਆਂ ਅੱਖਾਂ ਦਾ ਪਾਣੀ ਤੇ ਪਾਇਆ ਹੀ ਨਹੀਂ। ਭਾਵ ਜਦੋਂ ਤੱਕ ਬਿਰਤੀ ਵੈਰਾਗਵਾਨ ਨਹੀਂ ਨਾ ਹੁੰਦੀ ਉਸ ਦੇ ਪ੍ਰੇਮ ਵਿੱਚ, ਉਦੋਂ ਤੱਕ ਗੱਲ ਨਹੀਂ ਬਣਦੀ। ਮੈਂ ਹੁਣ ਜਿਸ ਵੇਲੇ ਤੁਹਾਡੇ ਸਾਹਮਣੇ ਰਿਪੋਰਟਸ ਪੜ੍ਹਾਂਗਾ, ਸੱਚ ਜਾਣਿਓ ਮੈਨੂੰ ਵੀ ਤੁਹਾਡੇ ਵਾਂਗ ਹੀ ਖੁਸ਼ੀ ਹੋ ਰਹੀ ਹੈ ਕਿ ਕਮਾਲ ਹੋ ਗਈ। ਕੀਤਾ ਕੀ ਹੈ ਵੈਸੇ? ਅਸੀਂ ਸਾਰਿਆਂ ਨੇ 4 ਦਿਨ ਆ ਕੇ ਬਾਣੀ ਪੜ੍ਹੀ ਹੈ ਨਾ। ਇਹ ਤਾਂ ਨਹੀਂ ਨਾ ਵੀ ਕਿਸੇ ਨੇ ਤੁਹਾਨੂੰ ਫੜ ਕੇ, ਬੰਨ੍ਹ ਕੇ, ਜਾਂ ਕਿਤੇ ਭੁੱਖੇ ਰੱਖ ਕੇ, ਜਾਂ ਸਰੀਰ ਨੂੰ ਦੁੱਖ ਦੇ ਕੇ ਕਿਤੇ ਬੜਾ ਵੱਡਾ ਤਪ ਕਰਵਾਇਆ ਹੋਵੇ। ਇਹੋ ਜਿਹੀ ਤਾਂ ਕੋਈ ਗੱਲ ਨਹੀਂ ਹੋਈ। ਜਿਵੇਂ ਲੋਕ ਕਹਿੰਦੇ ਸਨ ਵੀ ਆ ਫਲਾਣਾ ਤਪ ਹੈ ਜੀ, ਠੀਕ ਹੈ, ਗਰਮੀ ਵਿੱਚ ਖੜ੍ਹ ਕੇ, ਧੁੱਪੇ ਖੜ੍ਹ ਕੇ ਤੁਸੀਂ ਤਪ ਕਰੋ, ਮੰਤਰ ਜਾਪ ਕਰੋ, ਜਾਂ ਸਰਦੀਆਂ ਦੇ ਦਿਨਾਂ ਵਿੱਚ ਬਰਫ਼ ਵਿੱਚ ਜਾਂ ਬਰਫੀਲੇ ਪਾਣੀ ਵਿੱਚ ਬੈਠ ਕੇ ਫਲਾਣਾ ਮੰਤਰ ਜਾਪ ਕਰੋ ਜੀ, ਤਾਂ ਫਲਾਣਾ ਦੁੱਖ ਰੋਗ ਦੂਰ ਹੋਵੇਗਾ, ਵਗੈਰਾ 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 ਵਗੈਰਾ। ਕਿਸੇ ਇਹੋ ਜਿਹਾ ਕੋਈ ਕੰਮ ਇੱਥੇ ਹੋਇਆ? ਸਗੋਂ ਸ਼ੁਕਰ ਕਰੀਏ, ਮੈਂ ਤਾਂ ਬੜਾ ਖੁਸ਼ ਹੋ ਰਿਹਾ ਸਾਂ ਬਈ ਤੁਸੀਂ 2 ਕੁ ਘੰਟੇ ਸਾਰੇ ਜਣੇ ਰਲ ਕੇ ਨਾਮ ਜਪਦੇ ਜੇ। ਭੈਣ ਜੀ ਹੋਰੀ ਜਾਂ ਵੀਰ ਜੀ ਹੋਰੀ, ਵੀਰ ਹਰਿੰਦਰ ਸਿੰਘ ਜੀ ਹੋਰੀ, ਜਾਂ ਹੋਰ ਸਾਰੀਆਂ ਸੰਗਤਾਂ ਰਲ ਕੇ ਕਿੰਨੇ ਸਾਰੇ ਸੋਹਣੇ ਛਕਣ ਵਾਲੇ ਪਦਾਰਥ ਇੱਥੇ ਹੀ ਲੈ ਆਉਂਦੇ ਤੁਹਾਡੇ ਵਾਸਤੇ, ਦੱਬ ਕੇ ਤੁਹਾਡੀ ਸੇਵਾ ਕਰਦੇ ਨੇ। ਲਓ ਜੀ ਰਲ ਕੇ ਛਕੋ। ਕੋਈ ਦੁੱਖ ਦਿੱਤਾ ਜਾ ਰਿਹਾ? ਪਰ ਵੇਖੋ, ਇਸ ਸੰਗਤੀ ਰੂਪ ਵਿੱਚ ਬੈਠ ਕੇ ਨਾਮ ਜਪਣ ਦਾ, ਬਾਣੀ ਪੜ੍ਹਨ ਦਾ ਕੀ ਫਲ ਮਿਲ ਰਿਹਾ ਹੈ, ਪ੍ਰਤੱਖ ਤੁਹਾਡੇ ਸਾਹਮਣੇ। ਮੈਂ ਨਾ ਕੁਝ ਰਿਪੋਰਟਸ ਪੜ੍ਹਨੀਆਂ ਸ਼ੁਰੂ ਕਰਦਾ, ਤੁਸੀਂ ਵੀ ਧਿਆਨ ਨਾਲ ਸੁਣਨਾ। ਵਾਹਿਗੁਰੂ ਜੀ, ਜਿਹੜੇ ਜਿਹੜੇ ਪ੍ਰੇਮੀ, ਜੇ ਤੁਸੀਂ ਠੀਕ ਸਮਝੋ ਜਿਨ੍ਹਾਂ ਦਾ ਜ਼ਿਕਰ ਕੀਤਾ ਜਾ ਰਿਹਾ, ਤਾਂ ਕਿਰਪਾ ਕਰਕੇ ਖੜ੍ਹੇ ਹੋ ਕੇ ਸੰਗਤ ਨੂੰ ਫਤਿਹ ਬੁਲਾ ਲੈਣ, ਤਾਂ ਕਿ ਸੰਗਤ ਨੂੰ ਪਤਾ ਲੱਗ ਜਾਵੇ ਠੀਕ ਹੈ, ਐਸ ਗੁਰੂ ਦੇ ਦਰ ਦੇ ਸੇਵਕ ਉੱਤੇ ਮਹਾਰਾਜ ਦੀ ਬਖਸ਼ਿਸ਼ ਹੋਈ ਹੈ, ਰਹਿਮਤ ਹੋਈ ਹੈ। ਸਭ ਤੋਂ ਪਹਿਲਾਂ ਮੈਂ ਰਿਪੋਰਟ ਪੜ੍ਹਨ ਲੱਗਾ। ਭੈਣ ਜੀ ਸੁਪ੍ਰੀਤ ਕੌਰ ਜੀ ਨੇ ਸੈਨ ਹੋਜ਼ੇ ਤੋਂ। ਸੁਪ੍ਰੀਤ ਕੌਰ ਜੀ ਹੈਗੇ ਨਾ? ਲਓ ਵਾਹਿਗੁਰੂ, ਸੁਪ੍ਰੀਤ ਕੌਰ ਜੀ ਧੰਨ ਗੁਰੂ ਨਾਨਕ। ਤੁਸੀਂ ਖੜ੍ਹੇ ਹੋਵੋ ਭੈਣ ਜੀ। ਵਾਹਿਗੁਰੂ ਜੀ, ਸੰਗਤ ਨੂੰ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ। ਇਹ ਸੁਪ੍ਰੀਤ ਕੌਰ ਜੀ ਵੀਰ ਸਤਿੰਦਰ ਸਿੰਘ ਜੀ ਹੋਰਾਂ ਦੇ ਰਿਸ਼ਤੇਦਾਰ ਨੇ। ਵੀਰ ਸਤਿੰਦਰ ਸਿੰਘ ਹੋਰੀ ਸੰਗਤ ਵਿੱਚ ਹਰ ਵਾਰ ਆਏ ਹੁੰਦੇ। ਸਤਿੰਦਰ ਸਿੰਘ ਨੇੜੇ ਆ ਜਾਓ ਬਈ। ਇਹ ਹਰ ਵਾਰ ਆਏ ਹੁੰਦੇ ਨੇ। ਵਾਹਿਗੁਰੂ, ਵੇਖੋ ਸਤਿਗੁਰੂ ਦੀ ਕਿੱਡੀ ਵੱਡੀ ਬਖਸ਼ਿਸ਼ ਹੋ ਰਹੀ। ਭੈਣ ਜੀ ਸੁਪ੍ਰੀਤ ਕੌਰ ਜੀ ਲਿਖਦੇ ਨੇ ਕਿ ਇਹਨਾਂ ਨੂੰ ਜਿੱਥੇ ਪਹਿਲਾਂ ਬੈਕ ਪੇਨ ਸੀ, ਹਰ ਵੇਲੇ ਪੈਰ ਜਿਹੜੇ ਸੀ ਉਹ ਦਰਦ ਕਰਦੇ ਰਹਿੰਦੇ ਨੇ, ਪੈਰ ਦਰਦ ਕਰਦੇ ਰਹਿੰਦੇ ਨੇ। ਕੁੱਲ 2 ਦਿਨ ਆਏ ਨੇ, ਤੇ 2 ਦਿਨ ਆਉਣ ਨਾਲ ਹੀ ਲਿਖਦੇ ਨੇ ਕਿ ਇਹਨਾਂ ਦੀ ਦਰਦ ਜਿਹੜੀ ਹੈ ਤਕਰੀਬਨ 80% ਚਲੀ ਗਈ ਹੈ। ਕੋਈ ਪੇਨ ਕਿਲਰ ਖਵਾਇਆ? ਕਿਸੇ ਨੇ ਤੁਹਾਨੂੰ ਆਖਿਆ ਵੀ ਠੀਕ ਹੈ ਲਓ ਭੈਣ ਜੀ ਆਹ ਨਾ ਫਲਾਣਾ ਨੁਸਖਾ ਤੁਸੀਂ ਆਹ ਵਰਤ ਲਿਆ ਤੇ ਤੁਹਾਡੀ ਦਰਦ ਠੀਕ ਹੋ ਜਾਏਗੀ? ਸਾਰਿਆਂ ਲਈ ਇੱਕੋ ਹੀ ਨੁਸਖਾ ਹੈ। ਸਰਬ ਰੋਗ ਕਾ ਔਖਦ, ਸਰਬ ਰੋਗ ਕਾ ਔਖਦ। ਸਾਰੇ ਜਣੇ ਗੱਜ ਵੱਜ ਕੇ ਬੋਲੋ, ਸਰਬ ਰੋਗ ਕਾ ਔਖਦ, ਸਰਬ ਰੋਗ ਕਾ ਔਖਦ। ਯੈਸ, ਆਹ ਗੱਲ ਅਪਣਾਈ ਜਾ ਰਹੀ। ਤੇ ਸਰਬ ਰੋਗ ਕਾ ਔਖਦ ਨਾਮ ਸੱਚਮੁੱਚ ਸਾਡੀਆਂ ਅੱਖਾਂ ਦੇ ਸਾਹਮਣੇ
जिस वेले रोग दूर करदा प्रतीत हुंदा है ना, फिर समझ आउंदी गुरु ने जो कहा सी ठीक कहा सी। ऑफ कोर्स इट इज़। गुरु नानक कृपा करे साडे सारिਆਂ ਦੇ ਮਨਾਂ ਵਿੱਚੋਂ ਤਾਂ ਇਹ ਵਾਲਾ ਸ਼ੰਕਾ ਜ਼ਰੂਰ ਦੂਰ ਹੋ ਜਾਣਾ ਚਾਹੀਦਾ ਬਈ पता नहीं नाम जप के सुख मिलना है कि नहीं मिलना। नहीं नहीं, हर हाल मिलना जे। सर्वरोग का औखद नाम। अगली रिपोर्ट आदरयोग भैन जी निर्मल कौर जी होरां दी है। ये ग्लैनवे सैन होजे तो ने निर्मल कौर जी। जी भैन जी निर्मल कौर जी ये लिखते हैं बई फिकर ते चिंता करके नींद नहीं सी आउंदी। भैन जी रात को बिल्कुल नींद नहीं सी आउंदी है, बिल्कुल भी नहीं। कितनी देर हो गई? वाह। पर हुण तुसीं लिखिआ बई 4 दिन तुसीं कैंप में आए जे, हुण तां तुसीं लिखिआ भी 90% ठीक हो गया। इहदा की मतलब होया बई तुसीं हुण तुहानूं आराम नाल रात नूं नींद आ जांदी है, नींद आउणी शुरू हो गई। वाह बई अनबिलीवेबल है मेरे लिए तां। बोले सो निहाल। धन्यवाद भैन जी, सतगुरु पातशाह कृपा कर। भैन जी हरमंत कौर जी, हरमंत कौर जी ये फ्री मार्ट तो है। वाहिगुरू हरमंत कौर जी तुसीं लिखिआ भी तुहानूं बैक स्पेन हो गया सी। खड़े रहो, खड़े रहो, संगत नूं फतेह ते बुलाओ जरा। वाहिगुरू जी का खालसा। हरमंत कौर जी ये लिखते हैं बई इन्हां नूं बैक स्प्रेन हो गया सी, मसल स्पाज्म हो गया ने, जिस करके इन्हां नूं बड़ी तकलीफ हुंदी सी। थोड़ा जिहा अपनी तकलीफ के बारे में दस सकते भी हुंदा की सीगा, वर्णन किया जा सकता? वाहिगुरू। अच्छा अच्छा हाँ अच्छा वाहिगुरू जी। हाँ वाहिगुरू जी। पर तुसीं लिखिआ भी तुसीं हुण पहलां तुसीं 90% ते मार कीता सी, हुण तुसीं लिखिआ 100% क्योर हो गया। इट हैज़ बीन रिजॉल्वड फुल्ली। हुण प्रॉब्लम नहीं है जी। वैसे आम करके जिसनूं प्रॉब्लम होवे ना, खास करके बैक स्प्रेन दी जां मसल स्पाज्म दी, उहदे कोलों खड़े नहीं हो हुंदा। हाँ या खड़े नहीं हो हुंदा। देखो वाह, प्रतख करामात जे कोई है सच जाने, होर किसी करामात दे वेखण दी सानूं लोड़ नहीं। आ प्रतख करामात वापरी गुरु दी। सतगुरु तुहानूं चढ़दी कला बख्शे। वाहिगुरू जी। भैन जी बलजिंदर कौर हांस, बलजिंदर कौर हांस हैगे ना? बलजिंदर कौर हांस हैगे ने? ओके। वैसे ये लिखते ने बई इन्हां नूं बहुत देर तो जोड़ां दी दर्द रहिंदी है, क्रॉनिक स्टिफनेस है, बॉडी स्टिफनेस बहुत ज़्यादा हो गई है। ये 4 दिन सतगुरु पातशाह की कृपा सदका बाणी पढ़न लई गुरु के चरणों में हाजिर होंदे रहे ने, पर हुण इन्हां ने लिखिआ बई मेरी जिहड़ी बॉडी स्टिफनेस है ते जॉइंट पेन है वो तकरीबन 70% तक क्योर हो चुकी है। तकरीबन 70% क्योर हो गई है। तो फिर अगे लिखते हैं होर खास गल ये है कि मैनू बाणी पढ़न गाउण ते सुनन का बहुत आनंद आउण लग पिया है। वाहिगुरू आ गल सब तो वड्डी है। देखो शरीरक रोग दूर हो जान, हो सकता है कोई बंदा जरा डॉक्टरों के गेड़े कढ़िया हो चंगी तरह, उत्थे जाके मालिश मुलिश करा हो सकता है उनको फर्क प्रतीत हो, पर उत्थे जाके आ गुरु की बाणी का प्यार मिल जाएगा।
ਇਹ ਤਾਂ ਵੱਡੇ ਭਾਗ ਨੇ ਭਾਈ। ਸਤਿਗੁਰੂ ਪਾਤਸ਼ਾਹ ਕਿਰਪਾ ਕਰਨ। ਅਗਲੀ ਰਿਪੋਰਟ ਵੀ ਹਾਂ ਬੀਬੀ ਸੁਖਵੰਤ ਕੌਰ ਜੀ, ਇਹ ਤਾਂ ਤੁਹਾਡੀ ਹੈ, ਮੈਂ ਪੜ੍ਹ ਦਿਆਂ। ਅੱਛਾ, ਬੀਬੀ ਸੁਖਵੰਤ ਕੌਰ ਜੀ ਲਿਖਦੇ ਨੇ, ਇਹਨਾਂ ਨੂੰ ਇਹ ਕਹਿੰਦੇ ਨੇ ਕਿ ਮੈਨੂੰ ਬੈਠਣ ਦੀ, ਚੌਂਕੜੀ ਮਾਰ ਕੇ ਬੈਠਣ ਦੀ ਬਹੁਤ ਪ੍ਰੋਬਲਮ ਸੀ, ਜਿਹੜੀ ਮੈਂ ਦੇਖਦਾ ਰਿਹਾ। ਬਹਿ ਨਹੀਂ ਸੀ ਹੁੰਦਾ, ਬਲਕਿ ਇਹਨਾਂ ਨੇ ਅੱਗੇ ਨੋਟ ਕੀਤਾ ਕਿ 10 ਮਿੰਟ ਵੀ ਨਹੀਂ ਸੀ ਬਹਿ ਹੁੰਦਾ। ਹਾਲਾਂਕਿ ਦਿਹਾੜੀ ਵਿੱਚ ਇਹਨਾਂ ਨੇ ਤਕਰੀਬਨ 8-10 ਘੰਟੇ ਸੰਗਤ ਨਾਲ ਸਿਮਰਨ ਕਰਨਾ ਹੁੰਦਾ, ਪਰ 8-10 ਮਿੰਟ ਵੀ ਬਹਿ ਨਹੀਂ ਸੀ ਹੁੰਦਾ। ਪਰ ਹੁਣ ਗੁਰੂ ਕੀ ਸੰਗਤ ਵਿੱਚ ਆ ਕੇ ਮੈਂ 4 ਦਿਨ ਲਗਾਤਾਰ ਪੂਰਾ ਸਮਾਂ ਬੈਠ ਕੇ ਸੰਗਤ ਨਾਲ ਸਿਮਰਨ ਕਰਦੀ ਰਹੀ ਹਾਂ। ਹੁਣ ਮੈਨੂੰ ਬਹਿਣ ਵਿੱਚ ਕੋਈ ਪ੍ਰੋਬਲਮ ਨਹੀਂ ਹੈਗੀ। ਵਾਹਿਗੁਰੂ ਜੀ। ਇਹ ਭੈਣ ਜੀ ਸੁਮਨਜੀਤ ਕੌਰ ਜੀ ਮੰਟੀਕੇ ਤੋਂ ਨੇ। ਸੁਮਨਜੀਤ ਕੌਰ ਮੰਟੀਕਾ, ਠੀਕ ਹੈ ਨਾ। ਵਾਹਿਗੁਰੂ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਭੈਣ ਜੀ ਸੁਮਨਜੀਤ ਕੌਰ ਜੀ, ਜੇ ਤੁਸੀਂ ਮਾਈਂਡ ਨਹੀਂ ਕਰਦੇ ਮੈਂ ਜ਼ਿਕਰ ਕਰ ਦਿਆਂ? ਹੈਂ, ਓਕੇ। ਵੈਸੇ ਭੈਣ ਜੀ ਜੋ ਤੁਸੀਂ ਲਿਖਿਆ ਨਾ, ਮੈਂ ਐਕਸਪੈਕਟ ਨਹੀਂ ਕਰਦਾ ਵੀ ਤੁਹਾਨੂੰ ਇਹ ਪ੍ਰੋਬਲਮ ਹੋ ਸਕਦੀ ਹੈ। ਹੈਗੀ ਹੈ ਨਾ? ਹਾਂ ਹਾਂ, ਵਾਹਿਗੁਰੂ। ਅੱਛਾ, ਸਤਿਗੁਰੂ ਕਿਰਪਾ ਕਰਨ। ਭੈਣ ਜੀ ਹੋਰੀ ਲਿਖਦੇ ਨੇ ਕਿ ਮੈਨੇ ਇਹਨਾਂ ਨੂੰ ਸੀਵੀਅਰ ਡਿਪਰੈਸ਼ਨ ਦੀ ਪ੍ਰੋਬਲਮ ਹੈ, ਵੈਰੀ ਮੱਚ ਡਿਪਰੈਸ਼ਨ, ਬਲਕਿ ਸਗੋਂ ਜ਼ਿਕਰ ਕਰ ਰਹੇ ਨੇ ਕਿ ਬਾਈਪੋਲਰ ਡਿਸਆਰਡਰ ਦੀ ਪ੍ਰੋਬਲਮ ਵੀ। ਠੀਕ ਹੈ, ਦੇਖੋ ਹੁਣ ਤੱਕ ਜ਼ਿੰਦਗੀ ਵਿੱਚ ਜੋ ਕੁਝ ਮੈਂ ਸਮਝਿਆ, ਯਕੀਨ ਜਾਣਿਓ, ਡਾਕਟਰਾਂ ਕੋਲ ਨਾ ਡਿਪਰੈਸ਼ਨ ਦੀ ਕੋਈ ਦਵਾਈ ਨਹੀਂ ਹੈਗੀ। ਉਹ ਸਿਰਫ ਵੱਧ ਤੋਂ ਵੱਧ ਤੁਹਾਨੂੰ ਸੌਣ ਦੀਆਂ ਦਵਾਈਆਂ ਦੇ ਸਕਦਾ, ਔਰ ਦਿੰਦੇ ਨੇ। ਠੀਕ ਹੈ, ਮੈਂ ਇਹ ਨਹੀਂ ਆਖਦਾ ਬਈ ਉਹ ਯਤਨ ਨਹੀਂ ਕਰਦੇ, ਠੀਕ ਹੈ, ਯਤਨ ਕਰ ਰਹੇ ਨੇ, ਬੜਾ ਚੰਗਾ। ਕਿਸੇ ਵੇਲੇ ਕਿਸੇ ਬੰਦੇ ਨੂੰ ਇੰਨਾ ਹੀ ਰਿਲੈਕਸੇਸ਼ਨ ਹੋ ਜਾਵੇ, ਹਾਂ ਠੀਕ ਹੈ, ਕੋਈ ਨਹੀਂ, ਚਿੰਤਾ ਨਾ ਕਰਦੇ, ਰਾ ਇਲਾਜ ਕਰ ਦਿਆਂਗੇ, ਠੀਕ ਹੋ ਜਾਏਗਾ, ਹੈ ਨਾ। ਪਰ ਜਿੱਥੋਂ ਤੱਕ ਮੈਨੂੰ ਪਤਾ ਕਿ ਡਿਪਰੈਸ਼ਨ ਦੀਆਂ ਦਵਾਈਆਂ ਦੇ ਬਹੁਤ ਜ਼ਬਰਦਸਤ ਸਾਈਡ ਇਫੈਕਟ ਨੇ। ਨੀਂਦ ਬਹੁਤ ਆਵੇਗੀ, ਭੁੱਖ ਬਹੁਤ ਲੱਗੇਗੀ, ਜਿਹਦੇ ਨਾਲ ਮੋਟਾਪਾ ਵੱਧ ਜਾਏਗਾ, ਸਰੀਰ ਵਿੱਚ ਹੋਰ 100 ਪ੍ਰੋਬਲਮਸ ਖੜੀਆਂ ਹੋ ਜਾਣਗੀਆਂ। ਪਰ ਕਿੱਡੀ ਕਮਾਲ ਦੀ ਗੱਲ ਹੈ ਕਿ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਕਿਰਪਾ ਸਦਕਾ ਆਦਰਯੋਗ ਭੈਣ ਜੀ ਹੋ ਰਹੀ ਆਪ ਕਰ ਰਹੇ। ਦੇਖੋ, ਮੈਂ ਇਹਨਾਂ ਨੂੰ ਪਹਿਲੀ ਵਾਰ ਮਿਲ ਰਿਹਾ, ਮੈਂ ਜਾਣਦਾ ਨਹੀਂ ਹੈਗਾ। ਮੇਰੇ ਕਹਿਣ ਦਾ ਭਾਵ ਇਹ ਆ ਵੀ ਇਹਨਾਂ ਨੂੰ ਕਿਸੇ ਨੇ ਸਿਖਾਇਆ ਨਹੀਂ, ਦੱਸਿਆ ਨਹੀਂ ਵੀ ਤੁਸੀਂ ਕੀ ਲਿਖਣਾ ਜਾਂ ਕੀ ਨਹੀਂ ਲਿਖਣਾ। ਜੋ ਕੁਝ ਲਿਖ ਰਹੇ ਨੇ ਗੁਰੂ ਕੀ ਹਜ਼ੂਰੀ ਵਿੱਚ ਸੱਚੋ ਸੱਚ ਆਪੇ ਲਿਖ ਰਹੇ। ਭੈਣ ਜੀ ਹੋਰੀ ਲਿਖਦੇ ਨੇ ਕਿ ਮੇਰਾ ਡਿਪਰੈਸ਼ਨ ਜਿਹੜਾ ਹੈ ਉਹ ਮੈਨੂੰ ਲੱਗਦਾ ਕਿ 90% ਠੀਕ ਹੋ ਗਿਆ, ਮੈਂ ਰਾਜ਼ੀ ਹੋ ਗਈ। ਵਾਹਿਗੁਰੂ ਜੀ। ਬਈ ਇੱਕ ਹੋਰ ਆਦਰਯੋਗ ਭੈਣ ਜੀ, ਇਹ ਕਰਦਰਸ ਤੋਂ ਨੇ, ਭੈਣ ਜੀ ਜਸਵੀਰ ਕੌਰ ਜੀ ਹੈਗੇ ਨੇ। ਵਾਹਿਗੁਰੂ ਜੀ। ਭੈਣ ਜੀ ਲਿਖਦੇ ਨੇ ਬਈ ਇਹਨਾਂ ਦੇ ਸਰੀਰ ਵਿੱਚ ਬਹੁਤ ਦਰਦਾਂ ਰਹਿੰਦੀਆਂ ਨੇ। ਇਹ 4 ਦਿਨ ਕੈਂਪ ਵਿੱਚ ਆਏ ਨੇ ਅਤੇ ਕੈਂਪ ਵਿੱਚ ਆ ਕੇ ਬਾਣੀ ਪੜ੍ਹਦਿਆਂ, ਨਾਮ ਜਪਦਿਆਂ ਇਹਨਾਂ ਨੂੰ ਲੱਗਦਾ ਕਿ ਤਕਰੀਬਨ 40% ਦੇ ਕਰੀਬ ਇਹ ਠੀਕ ਹੋ ਗਏ ਨੇ, ਔਰ ਇਹਨਾਂ ਦੀਆਂ ਦਰਦਾਂ ਜਿਹੜੀਆਂ ਦੂਰ ਹੋ ਗਈਆਂ ਨੇ। ਵੈਸੇ ਨਾ ਭੈਣ ਜੀ ਦੇਖੋ, ਗੱਲ ਬੜੀ ਸਿੰਪਲ ਜਿਹੀ ਹੈ, ਮੈਂ ਜਿੱਥੋਂ ਤੱਕ ਸਮਝਣਾ ਨਾ, ਜੇ ਅਸੀਂ ਇਸ ਗੱਲ ਨੂੰ ਮੈਥੇਮੈਟੀਕਲੀ ਲਾਜੀਕਲੀ ਸਮਝ ਲਈਏ, ਜੇ ਕੋਈ ਪ੍ਰੋਬਲਮ 4 ਦਿਨਾਂ ਵਿੱਚ 40% ਤੱਕ ਦੂਰ ਹੋ ਜਾਏ, ਉਸ ਨੂੰ ਪੂਰਾ ਖਤਮ ਕਰਨ ਲਈ ਕਿੰਨੇ ਦਿਨ ਲੱਗਣਗੇ? ਹਾਂਜੀ, ਤੇ ਭਾਈ ਹਿੰਮਤੀ ਬਣੋ ਨਾ, ਨਾਮ ਜਪੋ ਨਾ, ਤੇ ਸਿੰਪਲ ਗੱਲ ਹੈ। ਜੇ ਗੁਰੂ ਦੀ ਕਿਰਪਾ ਸਦਕਾ 4 ਦਿਨਾਂ ਵਿੱਚ ਹੀ ਇੰਨੀ ਇੰਪਰੂਵਮੈਂਟ ਹੋ ਸਕਦੀ ਹੈ, ਇੰਨਾ ਫਰਕ ਪੈ ਸਕਦਾ ਹੈ, ਮੈਂ ਸਿਰਫ ਬਾਰ-ਬਾਰ ਆਪ ਸਰਬੱਤ ਸੰਗਤ ਨੂੰ 2 ਹੱਥ ਜੋੜ ਕੇ ਬੇਨਤੀ ਕਰ ਰਿਹਾ, ਭਾਈ ਭੁੱਲ ਨਾ ਜਾਇਓ, ਮਤ ਸੋਚਿਓ ਵੀ ਠੀਕ ਆ ਜੀ ਅਸੀਂ ਕੈਂਪ ਲਾ ਆਏ, ਗੱਲ ਖਤਮ ਹੋ ਗਈ। ਨਹੀਂ, ਹੁਣ ਘਰ ਜਾ ਕੇ ਵੀ ਆਪਾਂ ਰੋਜ਼ ਬਾਣੀ ਪੜ੍ਹਨੀ ਹੈ। ਸਿਰਫ ਇਸ ਤਰ੍ਹਾਂ ਨਾ ਕਰਿਓ
ਜਿਵੇਂ ਅਸੀਂ ਆਮ ਕਰਕੇ ਗਲਤੀ ਕਰਦੇ ਹਾਂ। ਪਤਾ ਕੀ, ਬਹੁਤ ਵਾਰ ਨਾ ਟੀਵੀ ਆਨ ਕਰ ਦਿੱਤਾ, ਰੇਡੀਓ ਲਾ ਲਿਆ, ਭਾਈ ਉਹ ਟੀਵੀ ਦਾ ਰੇਡੀਓ ਹੀ ਬਾਣੀ ਪੜ੍ਹਦੇ ਪਏ ਨੇ, ਤੁਹਾਡਾ ਮਨ ਨਹੀਂ ਪੜ੍ਹਦਾ ਪਿਆ। ਜਦੋਂ ਤੱਕ ਤੁਸੀਂ ਆਪ ਬੋਲ ਬੋਲ ਕੇ ਨਹੀਂ ਕਰਦੇ। ਇਹ ਦਵਾਈ ਖਾਣ ਦਾ ਤਰੀਕਾ ਹੀ ਇਹ ਆ ਬਈ ਹਰ ਹਾਲ ਤੁਹਾਨੂੰ ਬੋਲਣਾ ਪੈਣਾ। ਚੁੱਪ ਰਹਿ ਕੇ ਨਹੀਂ ਵੀ ਠੀਕ ਹੈ ਤੁਸੀਂ ਚੁੱਪ ਕਰਕੇ ਲੇਟੇ ਹੋਏ ਹੋ ਅਤੇ ਆਰਾਮ ਨਾਲ ਠੀਕ ਹੈ ਜੀ ਮੈਂ ਟੀਵੀ ਲਾ ਲਿਆ ਸੀ ਜਾਂ ਮੈਂ ਰੇਡੀਓ ਔਨ ਕਰ ਲਿਆ ਸੀ ਅਤੇ ਠੀਕ ਹੈ ਜੀ ਬਾਣੀ ਚੱਲਦੀ ਰਹੀ ਮੈਂ ਸੁਣ ਲਿਆ। ਦੇਖੋ ਇਹ ਮੇਰਾ ਪਰਸਨਲ ਤਜਰਬਾ ਹੈ। ਇਸ ਤਰ੍ਹਾਂ ਮਨ ਨਹੀਂ ਜੇ ਸੁਣਦਾ, ਮਨ ਸੁਣਦਾ ਨਹੀਂ, ਜਿਸ ਕਰਕੇ ਸਾਡੀ ਪ੍ਰੋਬਲਮ ਨਹੀਂ ਦੂਰ ਹੁੰਦੀ। ਮੈਂ ਤਾਂ ਜੋ ਕੁਝ ਮੈਨੂੰ ਸਮਝ ਆਇਆ ਹੁਣ ਤੱਕ ਉਹ ਤੁਹਾਡੇ ਨਾਲ ਸਾਂਝਾ ਕਰ ਰਿਹਾ। ਤੁਸੀਂ ਮਿਹਰਬਾਨੀ ਕਰਕੇ ਜਿਹੜੇ ਵੀ ਚਾਹੁੰਦੇ ਹੋ ਕਿ ਤੁਹਾਡੇ 'ਤੇ ਬਾਣੀ ਦਾ ਅਸਰ ਹੁੰਦਾ ਰਹੇ, ਬੋਲ ਬੋਲ ਕੇ ਪੜ੍ਹਿਓ, ਬੋਲ ਬੋਲ ਕੇ। ਜਾਂ ਮੰਨ ਲਓ ਵੀ ਜੇ ਲੱਗਾ ਹੋਇਆ, ਜਿਵੇਂ ਜਸਟ ਫਾਰ ਇੰਸਟੈਂਸ ਟੀ ਵੀ ਲੱਗਾ ਹੋਇਆ, ਜੇ ਤੁਸੀਂ ਉੱਥੋਂ ਪਾਠ ਸੁਣ ਰਹੇ ਹੋ ਅਤੇ ਨਾਲ ਆਪ ਬੋਲ ਬੋਲ ਕੇ ਕਰੋ, ਫਿਰ ਉਸ ਦਾ ਫਾਇਦਾ ਹੈ। ਵਰਨਾ ਸਾਡਾ ਮਨ ਕਿਸ ਵੇਲੇ ਗੈਰ ਹਾਜ਼ਰ ਹੋ ਜਾਂਦਾ, ਸਾਨੂੰ ਆਪ ਨਹੀਂ ਪਤਾ ਲੱਗਦਾ, ਪਰ ਅਸੀਂ ਸੋਚਦੇ ਇਹ ਨਾ ਹਾਂਜੀ ਮੈਂ ਪਾਠ ਕਰ ਲਿਆ ਸੀਗਾ। ਇਸ ਤਰ੍ਹਾਂ ਕਰਨ ਨਾਲ ਬਹੁਤਾ ਫਾਇਦਾ ਨਹੀਂ ਹੁੰਦਾ। ਸੰਗਤ ਵਿੱਚ ਆ ਕੇ ਇਸੇ ਲਈ ਬਹੁਤਾ ਵੱਡਾ ਫਰਕ ਪੈਂਦਾ ਬਈ ਘੜੀ ਘੜੀ ਇੱਥੇ ਜਦੋਂ ਵੀ ਕਿਤੇ ਸਾਹਮਣੇ ਬੈਠਿਆਂ ਪਤਾ ਲੱਗਦਾ ਨਾ ਵੀ ਠੀਕ ਹੈ ਫਲਾਣਾ ਬੰਦਾ ਧਿਆਨ ਨਾਲ ਨਹੀਂ ਸੁਣ ਰਿਹਾ, ਉਸੇ ਵੇਲੇ ਕਹਿ ਦਿੰਦੇ ਭਾਈ ਸਾਵਧਾਨ ਹੋ ਕੇ ਬੋਲੋ, ਠੀਕ ਹੈ ਉੱਚੀ ਬੋਲੋ। ਸੋ ਜਿਹੜੇ ਇਸ ਗੱਲ ਨੂੰ ਘਰ ਵਿੱਚ ਪ੍ਰੈਕਟਿਸ ਕਰਨਾ ਚਾਹੁੰਦੇ ਨੇ, ਮਿਹਰਬਾਨੀ ਕਰਕੇ ਆਪ ਸਾਰਿਆਂ ਨੇ ਵੱਧ ਚੜ੍ਹ ਕੇ ਉੱਚੀ ਆਵਾਜ਼ ਵਿੱਚ ਗਾ ਗਾ ਕੇ ਬਾਣੀ ਪੜ੍ਹਨੀ ਹੈ ਅਤੇ ਫਿਰ ਗੁਰੂ ਦੀ ਮਿਹਰ ਹੋ ਜਾਏਗੀ। ਧੰਨਵਾਦ ਭੈਣ ਜੀ, ਬਹਿ ਜਾਓ ਤੁਸੀਂ। ਧੰਨਵਾਦ। ਵਾਹਿਗੁਰੂ ਜੀ। ਵਾਹਿਗੁਰੂ। ਹਾਂਜੀ ਭੈਣ ਜੀ ਬਲਵਿੰਦਰ ਕੌਰ ਜੀ, ਤੁਸੀਂ ਉੱਠ ਕੇ ਸੰਗਤ ਨੂੰ ਫਤਿਹ ਬੁਲਾ ਲਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਵੱਲ ਮੂੰਹ ਕਰਕੇ ਫਤਿਹ ਬੁਲਾਓ ਜੀ। ਸੰਗਤ ਜੀ ਮੈਂ ਜਾਣ ਕੇ ਗੱਲ ਕਹਿ ਰਿਹਾ ਸੀ, ਸੰਗਤ ਵੱਲ ਮੂੰਹ ਕਰਕੇ ਫਤਿਹ ਬੁਲਾਓ। ਮੈਂ ਚਾਹੁੰਦਾ ਸਾਂ ਤੁਸੀਂ ਵੇਖ ਲਓ, ਆਹ ਫਰਕ ਪੈਂਦਾ। ਮੈਂ ਪਿਛਲੇ ਦਿਨਾਂ ਤੋਂ ਭੈਣ ਜੀ ਹੋਰਾਂ ਦੇ ਪਰਿਵਾਰ ਵਿੱਚ ਇਹਨਾਂ ਦੇ ਜੀਵਨ ਸਾਥੀ ਵਿਛੋੜਾ ਦੇਖਿਆ, ਜਿਸ ਕਰਕੇ ਮਨ ਬੇਹੱਦ ਢਹਿੰਦੀ ਕਲਾਂ ਵਿੱਚ ਸੀ, ਦੁੱਖ ਵਿੱਚ ਸੀ। ਖਾਸ ਕਰਕੇ ਮੈਨੂੰ ਬਾਰ-ਬਾਰ ਇਹ ਮਹਿਸੂਸ ਹੁੰਦਾ ਸੀ ਵੀ ਆਹ ਹੀ ਤਾਂ ਵੇਲਾ ਹੈ ਜਿਸ ਵੇਲੇ ਕਿਸੇ ਸਤਸੰਗੀ ਦੀ ਸਹਾਇਤਾ ਕਰਨੀ ਚਾਹੀਦੀ ਹੈ, ਪਰ ਮੈਂ ਕੀ ਕਰਾਂ। ਸਤਿਗੁਰੂ ਪਾਤਸ਼ਾਹ ਨੇ ਕਿਰਪਾ ਕੀਤੀ, ਇਹ ਕੈਂਪ ਦਾ ਮੌਕਾ ਬਣ ਗਿਆ। ਦੇਖੋ ਮੈਂ ਨਹੀਂ ਕਹਿ ਰਿਹਾ, ਭੈਣ ਜੀ ਉਹਦੀ ਆਪ ਲਿਖ ਰਹੇ ਨੇ। ਮਨ ਬਹੁਤ ਉਦਾਸ ਸੀ, ਮਨ ਬਹੁਤ ਦੁਖੀ ਸੀ, ਪਰ ਕੈਂਪ ਵਿੱਚ ਆ ਕੇ ਸਾਰੀ ਹਾਲਤ ਬਦਲ ਗਈ। ਹੁਣ ਮੇਰਾ ਮਨ ਬੇਹੱਦ ਸੁਖੀ ਹੈ, ਮੈਂ 100% ਠੀਕ ਹਾਂ। ਕਿਸੇ ਡਾਕਟਰ ਕੋਲੋਂ ਇਹੋ ਜਿਹੀ ਦਵਾਈ ਲਿਆਓਗੇ ਜਿਹੜੀ ਡਿੱਗਦੇ ਢੋਲਦੇ ਮਨ ਨੂੰ ਫਿਰ ਥਾਂ ਸਿਰ ਕਰ ਦੇਵੇ। ਔਰ ਦੂਜੀ ਗੱਲ, ਧੰਨਵਾਦ ਭੈਣ ਜੀ ਤੁਸੀਂ ਬਹਿ ਜਾਓ। ਦੂਜੀ ਗੱਲ, ਵਾਹਿਗੁਰੂ, ਦੁਨੀਆ ਵਿੱਚ ਕਿਹੜਾ ਇਹੋ ਜਿਹਾ ਬੰਦਾ ਜਿਹੜਾ ਹੱਥ ਖੜਾ ਕਰਕੇ ਆਖੇ ਮੈਨੂੰ ਇਹੋ ਜਿਹਾ ਦੁੱਖ ਕਦੇ ਨਹੀਂ ਆਉਣਾ ਜੀ? ਸਾਰਿਆਂ ਨੂੰ ਆਉਣਾ ਨਾ। ਸੱਚ ਜਾਣਿਓ, ਸਤਿਗੁਰੂ ਨੇ ਬਾਣੀ ਵਿੱਚ ਇਹ ਗੱਲ ਆਖੀ, ਦੁਨੀਆ ਵਿੱਚੋਂ ਕੋਈ ਉਹ ਵਾਲਾ ਘਰ ਲੱਭ ਕੇ ਵਿਖਾਓ ਜਿੱਥੇ ਕਿਤੇ ਮੌਤ ਨਾ ਆਈ ਹੋਵੇ। ਅਤੇ ਜਦੋਂ ਮੌਤ ਆਉਂਦੀ ਹੈ ਨਾ, ਖਾਸ ਕਰਕੇ ਕਿਸੇ ਕਲੋਜ਼ ਰਿਲੇਟਿਵ ਨੂੰ, ਖਾਸ ਕਰਕੇ ਜੀਵਨ ਸਾਥੀ ਨਾਲੋਂ ਜਦੋਂ ਵਿਛੋੜਾ ਹੁੰਦਾ ਹੈ, ਸੱਚ ਜਾਣਿਓ ਉਸ ਵੇਲੇ ਨਾ ਬੰਦਾ ਖੜਾ ਹੋਣ ਜੋਗਾ ਨਹੀਂ ਰਹਿ ਜਾਂਦਾ। ਇਹ ਗੱਲ ਸੱਚ ਹੈ। ਪਰ ਜੇ ਇਹੋ ਜਿਹੇ ਵੇਲੇ ਵੀ ਬਾਣੀ ਨਾਮ ਜਪਣਾ ਇੰਨੀ ਸਹਾਇਤਾ ਕਰ ਸਕਦਾ ਹੈ, ਇੰਨੀ ਸਹਾਇਤਾ ਕਰ ਸਕਦਾ ਹੈ ਕਿ ਡਿੱਗਦੇ ਹੋਏ ਬੰਦੇ ਨੂੰ ਮੁੜ ਖੜਾ ਕਰ ਦਿੱਤਾ ਜਾਏ। ਇਹ ਬਰਕਤ ਨਾ ਸਿਰਫ ਸਤਿਗੁਰੂ ਦੀ ਰਹਿਮਤ ਵਿੱਚ ਹੀ ਹੈ, ਹੋਰ ਕਿਤੇ ਨਹੀਂ ਜਾਏਗੀ। ਦੁਨੀਆ ਦੀ ਕੋਈ ਦਵਾਈ, ਕੋਈ ਥੈਰੇਪੀ, ਕੋਈ ਸੈਮੀਨਾਰ, ਕੋਈ ਕਲਾਸ ਤੁਹਾਨੂੰ ਇਸ ਲੈਵਲ 'ਤੇ ਨਹੀਂ ਲਿਆ ਸਕਦੀ। ਵਾਹਿਗੁਰੂ।
ਭੈਣ ਜੀ ਗੁਰਮੀਤ ਕੌਰ ਜੀ ਵੀ ਇਹਨਾਂ ਨੂੰ ਭੈਣ ਜੀ ਗੁਰਮੀਤ ਕੌਰ ਜੀ ਇਹ ਓਕਲੈਂਡ ਤੋਂ ਨੇ ਹੈਗੇ ਨੇ। ਵਾਹਿਗੁਰੂ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਭੈਣ ਜੀ ਗੁਰਮੀਤ ਕੌਰ ਜੀ ਲਿਖਦੇ ਨੇ ਇਹਨਾਂ ਨੂੰ ਸ਼ੋਲਡਰ ਪੇਨ ਹੈ, ਇਹ ਵੀ 4 ਦਿਨ ਆਏ ਨੇ। ਇਹਨਾਂ ਦੀ ਸ਼ੋਲਡਰ ਪੇਨ ਵੀ ਤਕਰੀਬਨ 40% ਤੱਕ ਘਟ ਗਈ ਹੈ, ਸਤਿਗੁਰੂ ਪਾਤਸ਼ਾਹ ਕਿਰਪਾ ਕਰਨ। ਬਾਕੀ ਵੀ ਰਹਿਮਤਾਂ ਹੋਣ ਤੁਹਾਡੇ ਉੱਤੇ। ਮੈਂ 1-2 ਖਾਸ ਰਿਪੋਰਟਸ ਹੋਰ ਤੁਹਾਡੇ ਨਾਲ ਸਾਂਝੀਆਂ ਕਰਕੇ ਫਿਰ ਆਪਾਂ ਸਮਾਪਤੀ ਵੱਲ ਵਧੀਏ, ਕਿਉਂਕਿ ਰਿਪੋਰਟ ਪੜ੍ਹਨ ਦਾ ਕੁੱਲ ਮਤਲਬ ਸਿਰਫ ਇਹਨਾਂ ਕਿ ਸਾਡੇ ਮਨ ਵਿੱਚ ਇਹ ਵਿਸ਼ਵਾਸ ਬਣ ਜਾਏ ਕਿ ਜੋ ਕੁਝ ਤੁਸੀਂ ਕੈਂਪ ਵਿੱਚ ਆ ਕੇ ਕਰ ਰਹੇ ਹੋ ਇਸ ਦਾ ਕੋਈ ਮਤਲਬ ਹੈ। ਮਤ ਸੋਚੋ ਬਈ ਐਵੇਂ ਸਿਰਫ ਜਿਵੇਂ ਰੂਟੀਨ ਵਾਈਜ਼ ਆਪਣੀ ਧਾਰਮਿਕ ਇੱਛਾ ਪੂਰੀ ਕਰਨ ਦੇ ਲਈ, ਜਿਵੇਂ ਅਸੀਂ ਮੱਥਾ ਟੇਕਣ ਚਲੇ ਜਾਂਦੇ ਹਾਂ ਜਾਂ ਕੁਝ ਪ੍ਰੇਮੀ ਮੰਦਰ ਵਿੱਚ ਚਲੇ ਜਾਂਦੇ ਨੇ ਵੀ ਚਲੋ ਠੀਕ ਹੈ ਹੁਣ ਉੱਥੇ ਕੋਈ ਪ੍ਰੋਗਰਾਮ ਤਾਂ ਹੋਣਾ ਨਾ, ਇਸ ਲਈ ਹੋਰ ਕੁਛ ਨਹੀਂ ਤੇ ਆਹ ਕੁਛ ਕਰ ਲੈਂਦੇ। ਭਾਈ ਇਹ ਸਿਰਫ ਇਹਨਾਂ ਕੋਲ ਨਹੀਂ ਹੈਗਾ, ਬਲਕਿ ਇਸ ਦਾ ਕੋਈ ਮਤਲਬ ਹੈ। ਇਸੇ ਲਈ ਮੈਂ ਹਰ ਵਾਰ ਸਾਰੇ ਪ੍ਰੇਮੀਆਂ ਨੂੰ 2 ਹੱਥ ਜੋੜ ਕੇ ਬੇਨਤੀ ਕਰਦਾ, ਭਾਈ ਕੈਂਪ ਵਿੱਚ ਆਉਣਾ ਐਵੇਂ ਮਾਮੂਲੀ ਨਾ ਸਮਝੋ। ਇੱਥੇ ਉਹ ਆਵੇਗਾ ਜਿਸ ਨੂੰ ਅਕਾਲ ਪੁਰਖ ਵਾਹਿਗੁਰੂ ਆਪ ਬਾਂਹ ਫੜ ਕੇ ਲੈ ਆਵੇਗਾ, ਅਤੇ ਜਿਸ ਨੂੰ ਲੈ ਆਵੇਗਾ ਨਾ, ਸੱਚ ਜਾਣਿਓ ਉਸ ਦੇ ਦੁੱਖ ਦੂਰ ਹੋਣ ਦਾ ਪ੍ਰਬੰਧ ਹੋ ਗਿਆ ਹੋਇਆ, ਤਾਂ ਉਸ ਨੂੰ ਲਿਆਂਦਾ ਜਾ ਰਿਹਾ, ਉਸਦੇ ਦੁੱਖ ਦੂਰ ਹੋ ਜਾਣਗੇ। ਸਤਿਗੁਰੂ ਪਾਤਸ਼ਾਹ ਕਿਰਪਾ ਕਰਨ। ਵੀਰ ਸਤਿੰਦਰ ਸਿੰਘ ਜੀ, ਬਈ ਸਤਿੰਦਰ ਸਿੰਘ ਜੀ ਵੈਸੇ ਤਾਂ ਤੁਸੀਂ ਇਹਨਾਂ ਨੂੰ ਦੇਖਿਆ ਹੋਣਾ ਵੀ ਤਕਰੀਬਨ ਪਿਛਲੇ 1.5 ਸਾਲ ਤੋਂ ਹਰੇਕ ਕੈਂਪ ਵਿੱਚ ਆ ਰਹੇ ਨੇ। ਹਾਂਜੀ, ਇਹਨਾਂ ਦੀ ਸਟੋਰੀ ਵੈਸੇ ਬੜੀ ਇੰਟਰਸਟਿੰਗ ਹੈ। ਆਈ ਸਟਿਲ ਰਿਮੈਂਬਰ। ਸਤਿੰਦਰ ਸਿੰਘ ਜੀ, ਤੁਸੀਂ 29 ਜਨਵਰੀ 2020 ਨੂੰ ਤੁਸੀਂ ਮੈਨੂੰ ਕਾਲ ਕੀਤੀ ਸੀ ਪਹਿਲੀ ਵਾਰ, ਰਾਈਟ? 2021 ਨੂੰ 1.5 ਸਾਲ ਹੋਇਆ। ਅੱਛਾ, 2021 29 ਜਨਵਰੀ ਨੂੰ ਇਹਨਾਂ ਦੀ ਮੈਨੂੰ ਕਾਲ ਆਈ। ਉਸੇ ਨੇ ਜ਼ਿਕਰ ਕਰ ਰਿਹਾ ਸੀ ਵੀ ਮੇਰੀ ਹਾਲਤ ਬਹੁਤ ਮਾੜੀ ਹੈ, ਮੈਂ ਖੁਦ ਹਾਲਾਂਕਿ ਹਸਪੀਟਲ ਵਿੱਚ ਹੀ ਆ ਰਹੇ ਨੇ। ਸੋ ਤੁਸੀਂ ਸਮਝ ਸਕਦੇ ਹੋ ਵੀ ਇਹਨਾਂ ਨੂੰ ਕਿਤੇ ਇਲਾਜ ਦੀ ਕੋਈ ਪ੍ਰੋਬਲਮ ਹੋਵੇਗੀ, ਕੋਈ ਨਹੀਂ। ਪਰ ਇਸ ਦੇ ਬਾਵਜੂਦ ਹੌਲੀ ਹੌਲੀ ਲੱਤਾਂ ਬਿਲਕੁਲ ਚੜਨੋਂ ਖੜ ਗਈਆਂ। ਡਾਕਟਰਸ ਆਖਦੇ ਨੇ ਵੀ ਨਰਵਸ ਵਿੱਚ ਕੋਈ ਪ੍ਰੋਬਲਮ ਹੈ, ਪਤਾ ਨਹੀਂ ਨਰਵ ਪਿੰਚ ਹੋ ਗਈ ਹੈ, ਪਤਾ ਨਹੀਂ ਉੱਥੇ ਸਪਲਾਈ ਘਟ ਗਈ ਹੈ, ਉੱਥੇ ਪਤਾ ਨਹੀਂ ਬਲੱਡ ਦੀ ਸਪਲਾਈ ਘਟ ਗਈ ਹੈ, ਪਤਾ ਨਹੀਂ ਆਕਸੀਜਨ ਦੀ ਸਪਲਾਈ ਘਟ ਗਈ ਹੈ, ਸਰਜਰੀ ਹੋ ਗਈ। ਇਸ ਦੇ ਬਾਵਜੂਦ ਹਾਲਤ ਹੈ। ਮੈਨੂੰ ਜਿਸ ਵੇਲੇ ਪਹਿਲੇ ਦਿਨ ਇਹਨਾਂ ਨੇ ਦੱਸਿਆ ਉਸ ਵੇਲੇ ਰੋ ਰਹੇ ਸਨ ਅਤੇ ਮੈਨੂੰ ਕਹਿਣ ਲੱਗੇ ਵੀਰ ਜੀ ਮੇਰੀ ਪ੍ਰੋਬਲਮ ਇਹ ਆ ਵੀ ਦੇਖੋ ਮੈਂ ਬਾਥਰੂਮ ਜਾ ਕੇ ਆ ਕੇ ਮੈਂ ਹੱਥ ਧੋਣੇ ਹੁੰਦੇ ਨੇ ਨਾ, ਅਤੇ ਹੱਥ ਧੋਣ ਲਈ ਕਿੰਨੇ ਸਕਿੰਟ ਲੱਗਦੇ ਨੇ? 10-15 ਸਕਿੰਟ। ਕਹਿੰਦੇ ਮੈਂ ਓਨੀ ਦੇਰ ਵੀ ਖੜ ਨਹੀਂ ਸਕਦਾ, ਮੈਨੂੰ ਟੇਬਲ 'ਤੇ ਬੈਠ ਕੇ ਹੱਥ ਧੋਣੇ ਪੈਂਦੇ ਨੇ। ਟੋਟਲੀ ਬੈੱਡ ਰਿਡਨ ਹੋਣ ਵਾਲੀ ਗੱਲ ਹੋਈ ਹੈ। ਸਤਿਗੁਰੂ ਨੇ ਕਿਰਪਾ ਕੀਤੀ, ਮੈਂ ਇਹਨਾਂ ਨੂੰ ਪਿਆਰ ਨਾਲ ਆਖਿਆ ਮੈਂ ਕਿ ਤੁਸੀਂ ਘਬਰਾਓ ਨਾ, ਆਪਾਂ ਰੋਜ਼ ਜਿਸ ਵੇਲੇ ਸਤਸੰਗ ਕਰਦੇ ਹਾਂ ਤੁਸੀਂ ਸਤਸੰਗ ਵਿੱਚ ਆਉਣਾ ਸ਼ੁਰੂ ਕਰੋ। ਮੈਨੂੰ ਅੱਜ ਵੀ ਚੰਗੀ ਤਰ੍ਹਾਂ ਯਾਦ ਹੈ ਜਿਸ ਵੇਲੇ ਤਕਰੀਬਨ ਇਹਨਾਂ ਨੇ 2-2.5 ਹਫ਼ਤੇ ਬਾਅਦ ਮੈਨੂੰ ਦੱਸਿਆ, ਕਹਿਣ ਲੱਗੇ ਵੀਰ ਜੀ ਹੁਣ ਮੈਂ ਇਹਨਾਂ ਕੋਲ ਠੀਕ ਹੋ ਗਿਆ ਬਈ ਅੱਜ ਨਾ ਮੈਂ ਘਰੇ ਮੇਰਾ ਘਰ ਦਾ ਬਾਹਰਲਾ ਦਰਵਾਜ਼ਾ ਠੀਕ ਕਰਨ ਵਾਲਾ ਸੀ, ਮੈਂ 1.5 ਘੰਟਾ ਉੱਥੇ ਖੜ ਕੇ ਘਰ ਦਾ ਦਰਵਾਜ਼ਾ ਠੀਕ ਕਰਕੇ ਆਇਆ। ਜਿਹੜਾ ਬੰਦਾ 10 ਸਕਿੰਟ ਨਹੀਂ ਖੜ ਸਕਦਾ, ਤੁਸੀਂ ਸਮਝ ਸਕਦੇ ਹੋ ਵੀ ਉਸ ਦੀ ਜ਼ਿੰਦਗੀ ਵਿੱਚ ਕਿੰਨਾ ਵੱਡਾ ਫਰਕ ਆ ਗਿਆ ਹੋਵੇਗਾ। ਫਿਰ ਇਸ ਦੇਖੋ ਫਿਜ਼ੀਕਲ ਪ੍ਰੋਬਲਮਸ ਕਰਕੇ ਬੰਦੇ ਦੀ ਮੈਂਟਲ ਹਾਲਤ ਕੀ ਹੁੰਦੀ ਹੈ। ਮੈਨੂੰ ਕਹਿਣ ਲੱਗੇ ਮੈਂ ਪਿਛਲੇ ਤਕਰੀਬਨ 1 ਸਾਲ ਤੋਂ ਕਾਰ ਨਹੀਂ ਚਲਾ ਸਕਦਾ, ਕਿਉਂਕਿ ਮੇਰੇ ਕੋਲੋਂ ਲੱਤਾਂ ਲਮਕਾ ਕੇ ਬੈਠਿਆ ਨਹੀਂ ਜਾਂਦਾ, ਦਰਦ ਕਰਦੀਆਂ ਨੇ ਬਹੁਤ, ਸੁੱਜ ਜਾਂਦੀਆਂ ਨੇ, ਐਂ ਹੀ ਲੱਗਦਾ ਵੀ ਜਿਵੇਂ ਪਤਾ ਨਹੀਂ ਇਹਦੇ 'ਚ ਕਿਹੜੀ ਕੋਈ ਗਰਮ ਸ਼ੈ ਜਿਹੜੀ ਨਾ ਲੱਤਾਂ ਦਾ ਟੈਂਪਰੇਚਰ ਵਧਾ ਰਹੀ ਹੈ, ਲੱਤਾਂ ਸੁੱਜਣੀਆਂ ਸ਼ੁਰੂ ਹੋ ਜਾਂਦੀਆਂ ਨੇ। ਮੈਂ ਕਈ ਵਾਰ ਰਾਤ ਨੂੰ 3-3, 4-4, 5-5 ਸਰਾਣੇ ਰੱਖ ਕੇ ਸੌਣਾ, ਪਰ ਸਟਿਲ ਕੋਈ ਫਰਕ ਨਹੀਂ ਪੈਂਦਾ ਮੈਨੂੰ। ਮੈਂ ਇਹਨਾਂ ਨੂੰ ਮਹੀਨੇ ਕੁ ਬਾਅਦ ਆਖਿਆ, ਮੈਂ ਕਿਹਾ ਤੁਸੀਂ ਇਸ ਤਰ੍ਹਾਂ ਕਰੋ, ਘਬਰਾਓ ਨਾ, ਤੁਸੀਂ ਇੱਕ ਵਾਰ ਮੈਨੂੰ ਮਿਲਣਾ ਦਿਓ। ਤੁਹਾਨੂੰ ਤਰੀਕ ਯਾਦ ਹੈ? ਹਾਂ, ਮਾਰਚ 21 ਦੀ ਗੱਲ ਹੀ ਹੈ। ਮਾਰਚ 21 ਦੀ ਗੱਲ ਹੀ। ਮਤਲਬ ਉਸ ਵੇਲੇ ਹਾਲਾਂ ਇਹਨਾਂ ਨੂੰ ਬਾਣੀ ਪੜ੍ਹਦਿਆਂ ਸਿਮਰਨ ਕਰਦਿਆਂ ਮਸਾਂ 1.5 ਕੁ ਮਹੀਨਾ ਹੀ ਹੋਇਆ ਸੀ। ਦੇਖੋ ਮਨ ਵਿੱਚ ਇੰਨੀ ਘਬਰਾਹਟ ਹੈ ਵੀ ਮੈਨੂੰ ਸਾਲ ਹੋ ਗਿਆ ਮੈਂ ਗੱਡੀ ਨਹੀਂ ਚਲਾਈ ਅਤੇ ਹੁਣ ਮੈਂ ਚਲਾ ਨਹੀਂ ਸਕਣੀ। ਮੈਨੂੰ ਆਖਣ ਲੱਗੇ ਬੇਕਰਸਫੀਲਡ ਰਹਿੰਦੇ ਨੇ,
मैं उन्होंने आख्या मैं लैथरा पर रहना, तुसीं आ जाओ, घबराओ ना। मैं तो सिर्फ इन्हों मानसिक तौर पर चढ़ती कला देने लिए इस तरह कह रहा था। मैनू कह लगे वीर जी मेरे को ना कार नहीं चलनी, मैं की करा। मैं तुसीं घबराउंदे क्यों जे? गुरु तुहाडे अंग संग है, गुरु आपे चला लेगा। फिर तुरन तो पहला फिर मैंने कॉल की, हाय वीर जी जे मैं रस्ते च कुछ हो गया फिर मैं की करांगा। मैं क्या फिर तुसीं घबराओ ना, मैनू कॉल कर दिया जे, मैं आके लै जाऊंगा बई, प्रॉब्लम की है? देखो सतगुरु ने कृपा की थी। महीने 1.5 महीना नाम जपण तो बाद सतिंदर सिंह होरी आपे 4 घंटे गड्डी चला के मेरे को आए, सारी दिहाड़ी मेरे को रहे। सतगुरु ने कृपा की थी, उदों भी नाम जपते रहे। शाम नूं तकरीबन 7 बजे मेरे को वापस गए, रात 11 बजे पहुंचे। टोटल ट्रिप जिहड़ा सी तकरीबन 14 घंटे का हो गया। एंड ही वॉज फिट एंड फाइन। मैनू नहीं पता इस गल नूं की कहा जाना चाहिए। एक करामात सी कि की सी मैं नहीं जानता। पर दूजी गल यह भी, मत सोचो कि मैं कुछ कर रहा, नहीं। यकीन जानियो, मैं जिस वे अपने जीवन वाल झाती मारदा ना, मैंने साफ स्पष्ट नज़र आता मेरा जीवन तुहाडे वर्गा चंगा नहीं है। मैं नहीं कर रहा। करण करावन हार स्वामी आप ही है, खेला बिकसा अंतरजामी आप ही कर रहा है। पर इन्हों ने अज जिहड़ी गल लिखी मैं वो तुहाडे नाल साझी करन लई बेनती करन लई हाज़र हां। वीर सतिंदर सिंह जी लिखते हैं, सिंस अबाउट 3 वीक्स मैनू सियाटका पेन, बैक विचों खब्बे गिट्टे वल नूं मैनू दर्द होंदी है, फिर पेट दर्द भी हो जाती है। हो सकता है कि ये वाली जिहड़ी प्रॉब्लम है वो स्टमक अल्सर करके। अच्छा, मैनू इन्हां सारिया प्रॉब्लम्स करके बहुत दर्द ते तकलीफ हो रही है। तकरीबन 3 हफ्तियां तो ये सारी प्रॉब्लम चल रही है। पर जिस वेले मैं इत्थे कैंप विच पहुंच के पहले दिन तो बाद मेरियां ये सारिया प्रॉब्लम्स खत्म हो गई हुई हैं। Here is the proof. वाहिगुरू सतगुरु तुहानूं चढ़दी कला बख्शे। धन्नवाद। बै जाओ तुसीं। इसे तरह बहुत सारे प्रेमियों ने लिखिया ने, बहुत सारिया वार्तावां ने साडे कोल सुणाउण लई। हुण ते बड़ियां सारियां हैगियां ने। आदरयोग भैन जी अमरजीत कौर जी ये वैस्ट ब्रदर्स तो ने, ये भी लिखते हैं कि इन्हों अर्थराइटिस की प्रॉब्लम है। तकरीबन इन्हों की प्रॉब्लम पिछले दिनों तो 40% के करीब ठीक हो गई है। अज ना बई एक होर रिपोर्ट मैं तुहाडे नाल, हाँ एक दी बजाय चलो 1-2 मैं तुहाडे नाल होर रिपोर्ट साझियां करदा जिहड़ियां बड़ियां जरूरी ने, बड़ियां प्यारियां ने। वाहिगुरू देखो, ये रिपोर्ट उस व्यक्ति की है जिसका जन्म सिखां दे घर नहीं होया, जिसका जन्म गोरियां दे करदा, पर गुरु ने कृपा की थी, उसका विआह एक सिख नाल होया। पर विआह सिख परिवार नाल जां पंजाबी परिवार नाल हो गया तो बहुत चंगा होया। पर हालां पिछले जीवन दियां किन्नियां सारियां प्रॉब्लम्स जिहड़ियां ने वो नाल नाल तुरियां आउंदियां ने। गुरु ने कृपा की थी, मेल हो गया, प्रेरणा की थी भी तुसीं आए कैंप विच। देखो उन्होंने जो कुछ लिखा मैं तुहानूं पढ़ के सुना रहा। कैंप विच आए ने, इस तो पहला देखो इन्होंने रैगूलरली बाणी नहीं पढ़ी। हाँ वैसे ठीक है बई सिख परिवार नाल सांझ होने करके कदी कदाई गुरुद्वारे चले गए, मत्था टेक लिया, ठीक है, कदे कोई एक अद्धा शब्द पढ़ लिया, राइट, इस तरह तो होंदा रहिंदा। खास करके लंगर छकण विच ते स्वाद आउंदा है, इसलिए लंगर छकण लई ते गुरुद्वारे आ जाईदा कदी कदाई। पर ये लिखते हैं जिंद्रा
I am reading your report, right? See? ਬਈ ਇਹ ਮੇਰੇ ਬੱਚਿਆਂ ਵਰਗੀ ਹੈ, ਬਹੁਤ ਬਹੁਤ ਪਿਆਰੀ ਗੁੱਡੀ ਵਾਹ। ਇਹਨਾਂ ਨੇ ਲਿਖਿਆ I was suffering from anxiety, stress and overthinking। ਸਾਰੀਆਂ ਮਜ਼ੇਦਾਰ ਜਿਹੜੀਆਂ ਪ੍ਰੋਬਲਮਸ ਨੇ ਇਹਨਾਂ ਇਕੱਠੀਆਂ ਕੀਤੀਆਂ ਹੋਈਆਂ ਨੇ। Anxiety, stress and overthinking, everything is bothering me a lot। ਅੱਛਾ, ਹੁਣ ਪਿਛਲੇ 4 ਦਿਨਾਂ ਵਿੱਚ ਕੀ ਹੋਇਆ? ਇਹਨਾਂ ਨੇ ਪਹਿਲਾਂ ਨਹੀਂ ਸੀ ਲਿਖਿਆ, ਬਾਅਦ ਵਿੱਚ ਪਤਾ ਨਹੀਂ, ਮੈਂ ਜਿਸ ਵੇਲੇ ਇਹਨਾਂ ਦੇ ਕੋਲੋਂ ਲੰਘਿਆ ਤਾਂ ਮੈਨੂੰ ਆਖਣ ਲੱਗੇ ਕੈਨ ਯੂ ਗਿਵ ਮੀ ਏ ਪੈਨ ਐਂਡ ਪੇਪਰ। ਇਹਨਾਂ ਨੇ ਮੈਨੂੰ ਸੈਪਰੇਟ ਪੇਪਰ 'ਤੇ ਆ ਕੁਛ ਹੋਰ ਲਿਖ ਕੇ ਦਿੱਤਾ। ਕੀ ਹੋਇਆ? Now I don't feel angry anymore. I was holding so much anger inside the deep down of my heart because of my previous family problems। ਪਰਿਵਾਰਾਂ ਵਿੱਚ ਬਥੇਰਾ ਕੁਛ ਹੁੰਦਾ ਰਹਿੰਦਾ। ਇਹ ਆਪਣੇ ਪੇਕੇ ਪਰਿਵਾਰ ਦੀ ਗੱਲ ਕਰ ਰਹੀ। But I don't feel that today that anger is gone. Rather, now I feel at peace। Vaiheguru। With what they, okay, now I feel at peace with what they did to me। ਜੋ ਕੁਛ ਵੀ ਮੇਰੇ ਨਾਲ ਬੁਰਾ ਵਰਤਾਓ ਉਹਨਾਂ ਨੇ ਕੀਤਾ, ਇਸ ਦੇ ਬਾਵਜੂਦ ਮੇਰਾ ਮਨ ਹੁਣ ਸ਼ਾਂਤ ਹੈ, ਮੇਰੇ ਮਨ 'ਚ ਹੁਣ ਕੋਈ ਗੁੱਸਾ ਨਹੀਂ ਹੈਗਾ। I have accepted the past and I have realized that it should not affect my future and my happiness because I am very happy today। Oh, I Jindra, everyone wishes that you are supposed to stand up and say Fateh to everyone। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਠੀਕ ਹੈ ਪੁੱਤਰ, ਜਿਉਂਦੇ ਰਹੋ, ਬਹਿ ਜਾਓ। ਥੈਂਕ ਯੂ। ਇਹ ਲਿਖਦੇ ਨੇ ਕਿ ਬਾਏ ਦੀ ਗ੍ਰੇਸ ਆਫ ਦੀ ਸਤਿਗੁਰੂ ਆਈ ਐਮ 90% cured। ਬਾਏ ਦੀ ਗ੍ਰੇਸ ਆਫ ਦੀ ਸਤਿਗੁਰੂ ਆਈ ਐਮ 90% cured। 95 now 95 Yes, that was crying before sending for everybody। ਸੁਣਿਆ ਤੁਸੀਂ? I feel I am 95% cured because I can feel the difference। Yesterday I was crying sitting here। ਮੈਂ ਕੱਲ ਅਸਲ ਵਿੱਚ ਨਾ ਇਸ ਨੂੰ ਆਖਿਆ, ਮੈਂ ਕਿਹਾ ਪੁੱਤਰ ਤੂੰ ਨਾ ਇੱਥੇ ਸਟੇਜ ਦੇ ਨੇੜੇ ਆ ਜਾ। ਮੈਂ ਤਾਂ ਸਿਰਫ ਇਹਨੂੰ ਪਿਆਰ ਨਾਲ ਕਹਿ ਰਿਹਾ ਸਾਂ ਵੀ ਤੂੰ ਸਟੇਜ ਦੇ ਨੇੜੇ ਆ ਜਾ, ਬਈ ਤਾਂ ਕਿ ਇਹ ਵੀ ਆਪਣਤ ਫੀਲ ਕਰੇ, ਨਾਲੇ ਹੋਰ ਗੁਰੂ ਦੇ ਕੋਲ ਹੋ ਕੇ ਬਾਣੀ ਗਾਵੇਗੀ ਅਤੇ ਇਹਨੂੰ ਹੋਰ ਆਨੰਦ ਆਵੇਗਾ। ਠੀਕ ਹੈ, ਪਰ ਇਹ 'ਤੇ ਉਲਟਾ ਅਸਰ ਹੋ ਰਿਹਾ ਸੀ, ਕਿਉਂਕਿ ਇਹਨੂੰ ਸੋਸ਼ਲ ਐਂਗਜ਼ਾਇਟੀ ਹੁੰਦੀ ਹੈ। ਸੋਸ਼ਲ ਐਂਗਜ਼ਾਇਟੀ ਹੁੰਦੀ ਹੈ। ਯਾ ਆਈ ਕੈਨ ਨਾਟ ਈਵਨ ਸਟੈਂਡ ਦੀ ਗੈਦਰਿੰਗ ਆਫ ਸੋ ਮੈਨੀ ਪੀਪਲ। ਹੇ ਮੇਰੇ ਵਾਹਿਗੁਰੂ, ਤੁਸੀਂ ਨੋਟ ਕਰੋ, ਦੇਖੋ ਅੱਜ ਦਾ ਚਿਹਰਾ ਵੇਖੋ। ਐਵਰੀਵਨ ਵਿਸ਼ਿਸ ਵਾਹਿਗੁਰੂ ਵਾਹਿਗੁਰੂ। that is the practical result of Gurbani, right? Putter, Jindra, how you feel? Everyone likes you, right? Everyone is very happy to see you। And everybody is also so beautiful। See? ਵਾਹਿਗੁਰੂ। ਅੱਛਾ, ਸਤਿਗੁਰੂ ਪਾਤਸ਼ਾਹ ਕਿਰਪਾ ਕਰਨ, ਗੁਰੂ ਨਾਨਕ ਕਿਰਪਾ ਕਰੇ। ਦੇਖੋ, ਜਿਸ ਬੰਦੇ ਨੂੰ ਕਿਸੇ ਦੂਜੇ ਦਾ ਚਿਹਰਾ ਵੇਖ ਕੇ ਡਰ ਲੱਗਣ ਲੱਗ ਪੈਂਦਾ ਹੈ, ਘਬਰਾਹਟ ਹੁੰਦੀ ਹੈ, ਬਈ ਇਹ ਲੋਕ ਮੇਰੇ ਕੋਲ ਆ ਕਿੱਥੋਂ ਗਏ। ਇਹ ਨਹੀਂ ਬਈ ਠੀਕ ਹੈ ਬਈ ਪੰਜਾਬੀ ਲੋਕ ਕਿੱਥੋਂ ਆਏ ਤਾਂ ਕਰਕੇ ਇਹਨੂੰ ਘਬਰਾਹਟ ਹੁੰਦੀ। ਨਹੀਂ, ਇਹਦੇ ਪਰਿਵਾਰ ਦੇ ਲੋਕ ਵੀ ਇਕੱਠੇ ਹਨ ਅਤੇ ਆਲੇ ਦੁਆਲੇ ਹੋਣਾ ਸ਼ੁਰੂ ਹੋ ਜਾਣ ਅਤੇ ਇਹਨੂੰ ਇਸ ਗੱਲ ਵਿੱਚ ਘਬਰਾਹਟ ਹੋਣੀ ਸ਼ੁਰੂ ਹੋ ਜਾਂਦੀ। ਪਰ ਅੱਜ ਦੇਖੋ, ਆਪ ਸਾਰਿਆਂ ਦੇ ਸਨਮੁਖ ਬੈਠ ਕੇ ਆਪ ਸਾਰਿਆਂ ਨਾਲ ਰਲ ਕੇ ਸੇਵਾ ਕਰ ਰਹੀ ਹੈ, ਅੱਗੇ ਪਿੱਛੇ ਜਾ ਰਹੀ ਹੈ, ਹੱਸਦੀ ਖੇਡਦੀ ਪਈ, ਰਾਈਟ? ਓ ਵਾਹਿਗੁਰੂ। ਸੰਗਤ ਜੀ,
Today is her birthday. Waheguru ji, Waheguru. See, everyone is saying happy birthday to you. Jindra, now I am feeling I am jealous. ਅੱਛਾ, ਗੁਰੂ ਨਾਨਕ ਕਿਰਪਾ ਕਰੇ। ਗੁਰੂ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ੇ। ਗੁਰੂ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ੇ। ਸਤਿਗੁਰੂ ਪਾਤਸ਼ਾਹ ਕਿਰਪਾ ਕਰਨ। ਇਹਨਾਂ ਦੇ ਹਸਬੈਂਡ ਅਮਰਜੀਤ ਸਿੰਘ ਜੀ, ਤੁਸੀਂ ਵੀ ਉੱਠ ਕੇ ਫਤਿਹ ਤੇ ਬੁਲਾਓ ਸੰਗਤ ਨੂੰ। ਇਹ ਅਮਰਜੀਤ ਸਿੰਘ ਜੀ, ਇਹ ਬਹੁਤ ਪਿਆਰੇ ਨੌਜਵਾਨ ਹੈ। ਇਹ ਵੀ ਲਿਖਦੇ ਨੇ ਕਿ ਮੈਨੂੰ ਪੈਰ ਵਿੱਚ ਦਰਦ ਰਹਿੰਦਾ ਸੀ, ਮੈਨੂੰ ਪਤਾ ਨਹੀਂ ਕਿ ਕਿੰਨਾ ਕੁ ਠੀਕ ਹੋਇਆ, ਪਰ ਹਾਂ ਮੈਂ ਨਾ ਜ਼ਰੂਰ ਕਹਿ ਸਕਦਾ ਕਿ ਮੇਰੀ ਪੇਨ ਬਹੁਤ ਘਟੀ ਹੋਈ ਹੈ। ਮੇਰੀ ਪੇਨ ਬਹੁਤ। ਤੁਹਾਨੂੰ ਇਹ ਗੱਲ ਕਿਸੇ ਨੇ ਤਾਂ ਨਹੀਂ ਸੀ ਆਖੀ ਵੀ ਇਸ ਤਰ੍ਹਾਂ ਲਿਖੇ ਦਿਓ? ਮੈਂ ਜਦੋਂ ਇੱਥੇ ਕੈਂਪ 'ਚ ਹੁੰਦਾ ਉਦੋਂ ਤਾਂ ਮੈਨੂੰ ਬਿਲਕੁਲ ਹੀ ਨਹੀਂ ਪਤਾ ਲੱਗਦਾ ਵੀ ਮੇਰੀ ਹੋਏਗਾ। ਔਰ ਤੁਹਾਨੂੰ ਕਿੰਨੀ ਦੇਰ ਤੋਂ ਇਹ ਪੇਨ ਹੋ ਰਹੀ ਭਲਾ? ਮੈਨੂੰ 2.5 ਸਾਲ ਤੋਂ ਹੋ ਰਹੀ ਤੇ ਮੈਂ ਐਵਰੀ ਡੇ ਪੇਨ ਕਿਲਰ ਖਾਂਦਾ ਸੀ। ਹਰ ਰੋਜ਼ ਪੇਨ ਕਿਲਰ ਖਾਂਦੇ ਨਾ? 2.5 ਸਾਲ ਤੋਂ ਲਗਾਤਾਰ ਪੈਰ ਵਿੱਚ ਪੇਨ ਹੋ ਰਹੀ ਹੈ। ਡਾਕਟਰਾਂ ਕੋਲ ਕੋਈ ਇਲਾਜ ਨਹੀਂ ਹੈਗਾ। ਡਾਕਟਰ ਆਖਦੇ ਜ਼ਰੂਰ ਨੇ ਵੀ ਅਸੀਂ ਠੀਕ ਹੈ ਸਰਜਰੀ ਕਰ ਦਿੰਦੇ ਹਾਂ, ਬਟ ਦੇਰ ਇਜ਼ ਨੋ ਗਰੰਟੀ ਵੀ ਤੇਰੀ ਪੇਨ ਜਿਹੜੀ ਉਹ ਪੂਰੀ ਤਰ੍ਹਾਂ ਕਿਉਰ ਹੋ ਜਾਏਗੀ। ਇਸ ਲਈ ਇਸ ਗੱਲੋਂ ਵੀ ਕੋਈ ਗਰੰਟੀ ਨਹੀਂ ਦਿੰਦਾ, ਸਰਜਰੀ ਕਰਵਾਉਣ ਲਈ ਤਿਆਰ ਨਹੀਂ ਹੈਗਾ। ਅਤੇ ਹਰ ਰੋਜ਼ ਪੇਨ ਜਿਹੜੀ ਉਹ ਚੱਲਦੇ ਪਏ ਨੇ। ਸਤਿਗੁਰੂ ਨੇ ਕਿਰਪਾ ਕੀਤੀ। ਆਖਦੇ ਨੇ ਵੀ ਮੈਂ ਜਿਸ ਵੇਲੇ ਕੈਂਪ ਵਿੱਚ ਆਇਆ ਹੁੰਦਾ ਮੈਨੂੰ ਪੇਨ ਦਾ ਪਤਾ ਨਹੀਂ ਲੱਗਦਾ। ਵਾਹਿਗੁਰੂ ਸਤਿਗੁਰੂ ਤੁਹਾਨੂੰ ਹੋਰ ਚੜ੍ਹਦੀ ਕਲਾ ਬਖਸ਼ਣ। ਬਈ ਦੇਖੋ, ਮੇਰੇ ਕੋਲ ਹੋਰ ਬਹੁਤ ਸਾਰੀਆਂ ਹਾਲਾਂ ਰਿਪੋਰਟਸ ਪਈਆਂ ਨੇ, ਸੋ ਮੈਨੀ ਆਫ ਦੈਮ। ਮੈਂ ਇੱਕ ਰਿਪੋਰਟ ਹੋਰ ਪੜ੍ਹ ਦੇਣਾ। ਮੈਨੂੰ ਪਤਾ ਹੈ ਗੁੱਡੀ ਵੈਸੇ ਚਲੀ ਗਈ ਹੋਈ ਹੈ। ਜੋਬਨਪ੍ਰੀਤ ਕੌਰ ਇਹ ਮੋਡੈਸਟੋ ਤੋਂ ਨੇ, ਜਿਹੜਾ ਪਰਿਵਾਰ ਮੋਡੈਸਟੋ ਤੋਂ ਆਇਆ ਸੀ ਉਹਨਾਂ ਦੇ ਨੌਜਵਾਨ ਗੁੱਡੀ। ਦੇਖੋ, ਮੈਂ ਇਸ ਗੁੱਡੀ ਨੂੰ ਹੁਣੇ ਪਹਿਲੀ ਵਾਰ ਮਿਲਿਆ ਇੱਥੇ ਕੈਂਪ ਵਿੱਚ। ਮੈਨੂੰ ਨਹੀਂ ਪਤਾ ਇਹਨੂੰ ਕੀ ਪ੍ਰੋਬਲਮ ਹੈ, ਮੈਂ ਪੁੱਛਿਆ ਵੀ ਨਹੀਂ, ਕਿਉਂਕਿ ਸੰਗਤ ਵਿੱਚ ਆਏ ਹਰੇਕ ਬੰਦੇ ਨੂੰ ਮੈਂ ਪਰਸਨਲ ਸਵਾਲ ਪੁੱਛਦਾ ਹੀ ਨਹੀਂ। ਪਰ ਅੱਜ ਜੋ ਕੁਛ ਉਹਨਾਂ ਨੇ ਲਿਖ ਕੇ ਦਿੱਤਾ, ਸੱਚਮੁੱਚ ਇਟ ਇਜ਼ ਵੈਰੀ ਵੰਡਰਫੁਲ। ਉਹ ਕਹਿੰਦੇ ਨੇ ਬਈ ਮੈਂ 4 ਦਿਨ ਕੈਂਪ ਵਿੱਚ ਆਉਂਦੇ ਰਹੀ ਹਾਂ, ਮੈਨੂੰ ਬਹੁਤ ਜ਼ਿਆਦਾ ਡਿਪਰੈਸ਼ਨ ਦੀ ਪ੍ਰੋਬਲਮ ਸੀ। ਮੈਨੂੰ ਬਹੁਤ ਜ਼ਿਆਦਾ ਡਿਪਰੈਸ਼ਨ ਦੀ ਪ੍ਰੋਬਲਮ ਸੀ, ਜਿਹੜੀ ਕਿ 80% ਠੀਕ ਹੋ ਗਈ ਹੋਈ। ਵਾਹਿਗੁਰੂ ਦੇਖੋ, ਪ੍ਰਬੰਧਕ ਵੀਰ ਵੀ ਆ ਕੇ ਬੈਠੇ ਹੋਏ ਨੇ। ਆਪਾਂ ਵੀ ਰੂਟੀਨ ਤੋਂ ਲੇਟ ਨਾ ਹੋ ਜਾਈਏ। ਹਾਲਾਂ ਬਹੁਤ ਸਾਰੀਆਂ ਰਿਪੋਰਟਸ ਹੈਗੀਆਂ ਨੇ ਪੜ੍ਹਨ ਵਾਲੀਆਂ, ਪਰ ਇਹਨਾਂ ਸਾਰੀਆਂ ਵਿੱਚ ਇਹ ਗੱਲ ਹੀ ਲਿਖੀ ਗਈ ਹੈ ਨਾ ਵੀ ਸਤਿਗੁਰੂ ਦੀ ਕਿਰਪਾ ਹੋ ਗਈ ਸਾਡੇ 'ਤੇ, ਅਸੀਂ ਰਾਜ਼ੀ ਹੋ ਗਏ। ਭੈਣ ਸੁਮਨਜੀਤ ਕੌਰ ਜੀ ਪੁੱਤਰ, ਜੇ ਸਾਰਿਆਂ 'ਤੇ ਕਿਰਪਾ ਹੋ ਗਈ ਹੈ ਤਾਂ ਤੁਹਾਡੇ 'ਤੇ ਵੀ ਤਾਂ ਹੋਣੀ ਹੈ ਨਾ। ਇਸ ਵਿਸ਼ਵਾਸ ਵਿੱਚ ਰਹਿਣਾ, ਧਿਆਨਾਂ ਦੇ ਵਿੱਚ ਰਹਿਣਾ। ਦੁੱਖ ਤੇ ਆਉਣ ਜਾਣ ਵਾਲੀ ਚੀਜ਼ ਹੈ। ਮੈਂ ਆਸ ਕਰਦਾ ਤੁਸੀਂ ਬੜੀ ਜਲਦੀ ਚੜ੍ਹਦੀ ਕਲਾ 'ਚ ਹੋਵੋਗੇ। ਸਤਿਗੁਰੂ ਰਹਿਮਤ ਕਰਨ। ਤੁਸੀਂ ਸੰਗਤ ਦੇ ਸੰਪਰਕ ਵਿੱਚ ਰਹਿਣਾ। ਜੇ ਸੰਗਤ ਦੇ ਸੰਪਰਕ ਵਿੱਚ ਰਹੋਗੇ, ਬਾਣੀ ਪੜ੍ਹਦੇ ਰਹੋਗੇ, ਵਿਸ਼ਵਾਸ ਬਣਿਆ ਰਹੇਗਾ। ਅਤੇ ਅੱਜ ਜਿਹੜਾ ਜੀਵਨ ਸਾਨੂੰ ਦੁੱਖਮਈ ਲੱਗਦਾ, ਇਹ ਸੁਖਮਈ ਹੁੰਦਿਆਂ ਦੇਰ ਨਹੀਂ ਲੱਗਣੀ। ਗੁਰੂ ਤੁਹਾਨੂੰ ਚੜ੍ਹਦੀ ਕਲਾ ਬਖਸ਼ਣ। ਓਕੇ, ਕੋ ਹੈ ਬਈ ਡਾਕਟਰ ਮਨਪ੍ਰੀਤ ਕੌਰ ਜੀ ਹੋ ਰਹੀ। ਅੱਛਾ, ਨਹੀਂ ਫਿਰ ਰਿਕਾਰਡ ਨਹੀਂ ਹੋਣਾ, ਪਤਾ ਨਹੀਂ ਲੱਗਣਾ। ਹਾਂ, ਇੱਥੇ ਆ ਜਾਓ, ਮਾਈਕ 'ਤੇ ਆ ਕੇ ਕੋਈ। ਡਾਕਟਰ ਮਨਪ੍ਰੀਤ ਕੌਰ ਜੀ ਤੁਹਾਡੇ ਨਾਲ ਕੁਝ ਸ਼ੇਅਰ ਕਰਨਾ ਚਾਹੁੰਦੇ ਨੇ, ਇਹਨਾਂ ਦਾ ਪਰਸਨਲ ਐਕਸਪੀਰੀਅੰਸ ਜੋ ਵੀ ਹੈ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਤ ਸੰਗਤ ਜੀ, ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦੀ ਹਾਂ ਕਿ ਇਸ ਕੈਂਪ 'ਤੇ ਆਉਣ ਦੀ ਕੀ ਇੰਪੋਰਟੈਂਸ ਹੈ। ਆਪਾਂ ਜ਼ਰੂਰ ਸਾਰੇ ਡਿਫਰੈਂਟ ਜਿਹੜੇ ਵੀ ਸਿੱਖ ਪਰਿਵਾਰਾਂ 'ਚੋਂ ਹੈਗੇ ਨੇ, ਸੰਗਤ ਨਾਲ ਜੁੜੇ ਹੋਏ ਆ, ਆਪਣੀ ਰੂਟੀਨ ਦੇ ਵਿੱਚ ਜ਼ਰੂਰ ਕੁਛ ਨਾ ਕੁਛ ਗੁਰਬਾਣੀ ਦਾ ਪਾਠ ਕਰਦੇ ਹੀ ਹੋਵਾਂਗੇ। ਆਪਾਂ ਕਿਸੇ ਤਰੀਕੇ ਆਪਾਂ ਗੁਰਦੁਆਰਾ ਸਾਹਿਬ ਵੀ ਆਉਂਦੇ ਹੋਵਾਂਗੇ, ਕੀਰਤਨ ਸੁਣਦੇ ਹੋਵਾਂਗੇ, ਸੰਗਤ ਨਾਲ ਜ਼ਰੂਰ ਜੁੜੇ ਹੋਵਾਂਗੇ, ਮੈਂ ਆਸ ਕਰਦੀ ਹਾਂ। ਮੈਂ ਵੀ ਜਿੱਦਾਂ ਐਵਰੀਡੇ ਲਾਈਫ ਦੇ ਵਿੱਚ ਸੰਗਤ ਜਿਹੜੀ ਹੈ ਉਹਦੀ ਇੰਪੋਰਟੈਂਸ ਸਮਝਦੀ ਹਾਂ, ਅਤੇ ਜ਼ਰੂਰ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਵੱਧ ਤੋਂ ਵੱਧ ਸੰਗਤ ਕਰੀਏ। ਮੈਂ ਵੀ ਪਹਿਲਾਂ ਬਹੁਤ ਜ਼ਿਆਦਾ ਕੈਂਪ ਦੇ ਵਿੱਚ ਨਹੀਂ ਸੀ ਆਉਂਦੀ ਹੁੰਦੀ, ਅਤੇ ਕਿਉਂਕਿ ਮੈਨੂੰ ਲੱਗਦਾ ਸੀ ਮੇਰੀ ਲਾਈਫ ਬਿਜ਼ੀ ਹੈ, ਅਤੇ ਜਿਹੜਾ ਗੁਰੂ ਸਾਹਿਬ ਦਾ ਉਪਦੇਸ਼ ਹੈ ਉਹ ਤਾਂ ਅਸੀਂ ਆਲਰੇਡੀ ਮੰਨ ਰਹੇ ਹਾਂ,
ਤੇ ਚਲੋ ਏਡੀ ਮਤਲਬ ਠੀਕ ਹੈ ਸੇਵਾ ਕਰ ਰਹੇ ਆ, ਆਈ ਵਿਸ਼ ਹਿਮ ਆਲ ਦ ਬੈਸਟ, ਪਰ ਮੈਂ ਆਉਂਦੀ ਨਹੀਂ ਸੀ ਹੁੰਦੀ। ਅਤੇ ਮੈਂ ਆਪਣੇ ਮਾਤਾ ਜੀ ਨੂੰ ਜ਼ਰੂਰ ਉਪਦੇਸ਼ ਕਰਤਾ ਕਿ ਤੁਸੀਂ ਨਾ ਸਪੋਰਟ ਕਰਿਆ ਕਰੋ, ਫੈਮਿਲੀ ਨੂੰ ਸਪੋਰਟ ਕਰਨਾ ਚਾਹੀਦਾ, ਬਟ ਆਈ ਡਿਡ ਨਾਟ ਡੂ ਇਟ। ਮੈਂ 1 ਸਾਲ ਜਿਹੜਾ ਪਿਛਲੇ ਉਹ ਤੋਂ ਹੀ ਤੁਸੀਂ ਲਾ ਲਓ ਵੀ ਲਗਾਤਾਰ ਜਿਹੜਾ ਜ਼ਿਆਦਾਤਰ ਕੈਂਪ ਲਗਾ ਰਹੇ ਹੈਗੇ ਹਾਂ। ਅਤੇ ਪਿੱਛੇ ਆਪਾਂ ਫੀਨਿਕਸ ਵੀ ਕੈਂਪ ਕੀਤਾ, ਹੁਣ ਵੀ ਆਪਾਂ ਕੈਂਪ ਜਿਹੜਾ ਦੁੱਖ ਨਿਵਾਰਨ ਕੈਂਪ ਹੈਗਾ ਲਗਾਇਆ। ਮੈਂ ਪਰਸਨਲੀ ਇਹ ਫੀਲ ਕਰਦੀ ਹਾਂ ਕਿ ਭਾਵੇਂ ਐਵਰੀਡੇ ਲਾਈਫ ਦੇ ਵਿੱਚ ਜਿਹੜੀ ਸੰਗਤ ਆਪਾਂ ਕਰਦੇ ਹਾਂ ਉਹਦਾ ਬਹੁਤ ਵੱਡਾ ਰੋਲ ਹੈ, ਪਰ ਕੈਂਪ 'ਚ ਆ ਕੇ ਨਾ ਕੋਈ ਖਾਸ ਗੱਲ ਜ਼ਰੂਰ ਵਰਤਦੀ ਆ। ਹਾਂ, ਇਟ ਇਜ਼ ਲਾਈਕ ਦੈਟ, ਪਾਵਰ ਵਾਸ਼। ਅਤੇ ਇਹ ਪਤਾ ਨਹੀਂ ਕਿਉਂ ਮਤਲਬ ਗੁਰੂ ਸਾਹਿਬ ਨੇ ਇੱਦਾਂ ਦੀ ਬਲੈਸਿੰਗ ਕਿਉਂ ਕੈਂਪ ਦੇ ਵਿੱਚ ਰੱਖੀ। ਜਿੱਦਾਂ ਮੇਰੇ ਮਾਤਾ ਜੀ ਕਹਿ ਰਹੇ ਸੀਗੇ ਘਰ ਉਹ ਵੀ ਸਿਮਰਨ ਕਰਦੇ ਆ ਪਰ ਉਹਨਾਂ ਕੋਲੋਂ ਬੈਠਿਆ ਨਹੀਂ ਜਾਂਦਾ, ਪਰ ਇੱਥੇ ਉਹਨਾਂ ਕੋਲੋਂ ਬੈਠਿਆ ਗਿਆ। ਮੈਂ ਵੀ ਐਵਰੀਡੇ ਲਾਈਫ 'ਚ ਇੰਨਾ ਹੈਪੀ ਕਦੀ ਨਹੀਂ ਫੀਲ ਕਰਦੀ। ਮੈਂ ਲਾਸਟ ਫੀਨਿਕਸ ਵਾਲੇ ਕੈਂਪ 'ਚ ਵੀ ਸ਼ੇਅਰ ਕੀਤਾ ਸੀਗਾ ਕਿ ਮੇਰੀ ਹਾਲਤ ਇੱਦਾਂ ਹੋ ਜਾਂਦੀ ਕੈਂਪ 'ਚ ਆ ਕੇ ਜਿੱਦਾਂ ਬਸ ਸੁਪਰ ਹੈਪੀ, ਜਿੱਦਾਂ ਕਿਸੇ ਨੂੰ ਭੰਗ ਖਵਾਈ ਹੋਵੇ ਨਾ ਅਤੇ ਉਹ ਬੰਦਾ ਹੱਸਣੋਂ ਫਿਰ ਬੰਦ ਨਹੀਂ ਕਰਦਾ। ਅਤੇ ਸੇਮ ਥਿੰਗ ਅਗੇਨ, ਪਰ ਇਹ ਕੈਂਪ ਦੀ ਖਾਸ ਗੱਲ ਹੈ। ਸੋ ਸਾਰਿਆਂ ਨੂੰ ਮੈਂ ਇੱਕੋ ਹੀ ਬੇਨਤੀ ਕਰਨਾ ਚਾਹੁੰਦੀ ਹਾਂ ਕਿ ਵੱਧ ਤੋਂ ਵੱਧ ਤੁਸੀਂ ਵੀ ਜਦੋਂ ਵੀ ਕੈਂਪ ਲੱਗਣ ਜ਼ਰੂਰ ਆਓ। ਮੈਂ ਨਹੀਂ ਕਹਿੰਦੀ ਕਿ ਜਿਹੜਾ ਤੁਸੀਂ ਐਵਰੀਡੇ ਸੰਗਤ ਕਰ ਰਹੇ ਹੋ ਕਿਤੇ ਲੈਸ ਇੰਪੋਰਟੈਂਟ ਹੈ, ਪਰ ਇੱਥੇ ਸੰਗਤ 'ਚ ਆ ਕੇ ਜਦੋਂ ਅਸੀਂ ਰਲ ਮਿਲ ਕੇ ਗੁਰੂ ਸਾਹਿਬ ਦੇ ਕੋਲ ਬੈਠ ਕੇ ਸ਼ਬਦ ਜਾਪ ਕਰਦੇ ਆ ਨਾ ਤਾਂ ਕੋਈ ਵੱਖਰੀ ਖੇਡ ਵਰਤਦੀ ਆ। ਅਤੇ ਸੁਨੀਤਾ ਭੈਣ ਜੀ ਵੀ ਬੈਠੇ ਹੋਏ ਆ ਇੰਨੀ ਦੇਰ ਤੋਂ, ਜਿਹੜੇ ਜੇ ਇਹਨਾਂ ਨੂੰ ਸੁਨੀਤਾ ਭੈਣ ਜੀ ਦਾ ਕਿਸੇ ਨੂੰ ਪਤਾ ਹੈਗਾ, ਇਹਨਾਂ ਨੂੰ ਬੈਕ ਦੀ ਇੰਨੀ ਜ਼ਿਆਦਾ ਪ੍ਰੋਬਲਮ ਹੈਗੀ ਆ, ਇਹ ਬੈਠ ਨਹੀਂ ਸਕਦੇ, ਘਰ ਲੇਟੇ ਰਹਿੰਦੇ ਆ। 4 ਦਿਨ ਇਹ ਕੈਂਪ 'ਚ ਆਏ ਆ, ਦੇਖੋ ਬੈਠੇ ਹੋਏ ਆ। ਇਹ ਭੈਣ ਜੀ ਪੀਲੇ ਸੂਟ ਦੇ ਵਿੱਚ, ਭੈਣ ਜੀ ਹੁਣ ਤੁਹਾਨੂੰ ਉੱਠ ਕੇ ਫਤਿਹ ਬੁਲਾਉਣਗੇ। ਪਰ ਇਹ ਸੰਗਤ ਦੀ ਸਾਰੀ ਬਰਕਤ ਆ ਇਸ ਕੈਂਪ ਦੇ ਵਿੱਚ ਆ ਕੇ ਗੁਰੂ ਸਾਹਿਬ ਜਿਹੜੀ ਕਲਾ ਵਰਤਦੀ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੇ ਤੁਸੀਂ ਡਾਕਟਰ ਕੋਲੋਂ ਪੁੱਛੋ ਨਾ ਤੇ ਇਸ ਤਰ੍ਹਾਂ ਖੜੇ ਨਹੀਂ ਹੋ ਸਕਦੇ। ਹਾਂਜੀ, ਇਹਨਾਂ ਦੀ ਜਿਹੜੀ ਬੈਕ ਬੋਨ ਹੈਗੀ ਆ ਉਹ ਮਲਟੀਪਲ ਜਿਹੜੇ ਆ ਉਹ ਮਲਟੀਪਲ ਥਾਵਾਂ ਤੋਂ ਡਿਸਕਸ ਜਿਹੜੀਆਂ ਨੇ ਉਹ ਡੈਸੀਕੇਟਿਡ ਨੇ। ਇੰਨੀ ਜ਼ਿਆਦਾ ਪ੍ਰੋਬਲਮ ਹੈ, ਇੱਕ ਡਿਸਕ ਦੇ ਦਾ ਇਲਾਜ ਕੀਤਾ ਜਾ ਸਕਦਾ, ਪਰ ਉੱਪਰੋਂ ਲੈ ਕੇ ਥੱਲੇ ਤੱਕ ਸਾਰੀ ਬੈਕ ਬੋਨ ਦੇ ਵਿੱਚ ਮਲਟੀਪਲ ਥਾਵਾਂ ਤੋਂ। ਸੌਖੇ ਲਫ਼ਜ਼ਾਂ ਵਿੱਚ ਇਹਨਾਂ ਦੇ ਕਿੰਨੇ ਸਾਰੇ ਮਣਕੇ ਹਿੱਲੇ ਹੋਏ ਨੇ। ਹਾਂਜੀ, ਇੱਕ ਮਣਕਾ ਹਿੱਲਿਆ ਹੋਵੇ ਨਾ ਤੇ ਬੰਦੇ ਦੀਆਂ ਚਾਂਗਰਾਂ ਨਿਕਲ ਜਾਂਦੀਆਂ ਨੇ। ਇਹਨਾਂ ਦੇ ਕਿੰਨੇ ਸਾਰੇ ਹਿੱਲੇ ਹੋਏ ਨੇ। ਤੇ ਇਹ ਵੀ ਕੈਂਪ ਦੇ ਵਿੱਚ ਆਏ ਉੱਠ ਕੇ, ਤੇ ਦੇਖੋ 4 ਦਿਨ ਆ ਕੇ ਬੈਠੇ ਰਹੇ। ਸੋ ਆਪਾਂ ਬਸ ਇਹੀ ਬੇਨਤੀ ਕਰਨੀ ਆ ਕਿ ਕੈਂਪ ਜਿਹੜਾ ਜਦੋਂ ਲੱਗਦਾ, ਪਤਾ ਨਹੀਂ ਗੁਰੂ ਸਾਹਿਬ ਦੀ ਸਪੈਸ਼ਲ ਕਿਰਪਾ ਹੈਗੀ ਆ। ਇੱਕ ਮੈਸੇਜ ਗੁਰੂ ਸਾਹਿਬ ਸਾਨੂੰ ਦੇ ਰਹੇ ਨੇ ਕਿ ਸਾਨੂੰ ਇਕੱਠੇ ਮਿਲ ਕੇ ਵੱਧ ਤੋਂ ਵੱਧ ਜਿਹੜਾ ਗੁਰੂ ਸਾਹਿਬ ਦਾ ਉਪਦੇਸ਼ ਦ੍ਰਿੜ ਕਰਾਉਣ ਦਾ ਇੱਕ ਤਰੀਕਾ ਵੀ ਹੈ, ਅਤੇ ਆਪਣੇ ਉੱਤੇ ਗੁਰੂ ਸਾਹਿਬ ਦੀ ਜਿਹੜੀ ਗ੍ਰੇਸ ਹੈ, ਜਿਹੜੀ ਉਹ ਸਪਾਰਕ ਕਹਿੰਦੇ ਆ, ਉਹ ਮਹਿਸੂਸ ਕਰਨ ਦਾ ਸਾਡਾ ਜ਼ਰੀਆ ਇੱਥੇ ਕੈਂਪ ਦੇ ਵਿੱਚ ਆ ਕੇ। ਸੋ ਸਾਰਿਆਂ ਨੂੰ ਬੇਨਤੀ ਹੈ ਕਿ ਜਦੋਂ ਵੀ ਕੈਂਪ ਲੱਗੇ ਜ਼ਰੂਰ ਆਇਆ ਕਰੋ ਅਤੇ ਵੱਧ ਤੋਂ ਵੱਧ ਲੋਕਾਂ ਨੂੰ ਪ੍ਰੇਰਨਾ ਕਰੋ, ਵੱਧ ਤੋਂ ਵੱਧ ਜਿਹੜੇ ਆ ਸੰਗਤ ਉਹ ਫਾਇਦਾ ਲੈ ਸਕੇ। ਸੋ ਜਿਨ੍ਹਾਂ ਨੂੰ ਜਿਹੜੇ ਖੁਸ਼ ਵੀ ਹੈਗੇ ਆ ਉਹ 100 ਟਾਈਮਸ ਖੁਸ਼ ਹੋ ਸਕਦੇ ਆ, ਜਿੱਦਾਂ ਮੈਂ ਫੀਲ ਕਰਦੀ ਹਾਂ। ਮੈਂ ਖੁਸ਼ ਹੁੰਦੀ ਹਾਂ, ਪਰ ਮੈਂ ਹੋਰ ਜ਼ਿਆਦਾ ਖੁਸ਼ ਹੋ ਜਾਂਦੀ ਹਾਂ ਆ ਕੇ ਇੱਥੇ। ਸੋ ਬਸ ਇਹੀ ਬੇਨਤੀ ਹੈ। ਥੈਂਕ ਯੂ ਸਾਰਿਆਂ ਦਾ, ਬਹੁਤ ਬਹੁਤ ਧੰਨਵਾਦ। ਗਲਤੀਆਂ ਭੁੱਲਾਂ ਚੁੱਕਾਂ ਲਈ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਭੈਣ ਜੀ ਬਲਵਿੰਦਰ ਕੌਰ ਜੀ ਕੁਛ ਆਖਣ ਲੱਗੇ ਨੇ, ਉਧਰ ਕਰ ਦਿਓ ਕੈਮਰਾ। ਸਾਰੀ ਸੰਗਤ ਜੀ, ਮਨਪ੍ਰੀਤ ਦੀ ਗੱਲ ਤੋਂ ਮੈਨੂੰ ਯਾਦ ਆਇਆ, ਮੈਂ ਜਦ ਜਾ ਰਹੀ ਸੀ ਨਾ, ਮੈਂ ਬੜੀ ਉਦਾਸ ਹੋਈ ਸੀ। 3 ਮਹੀਨੇ ਬਾਅਦ ਅੱਜ ਮੈਂ ਇੱਥੇ ਆਣ ਕੇ ਪਹਿਲੀ ਵਾਰ ਖੁਸ਼ ਹੋਈ, ਹੱਸੀ ਆ, ਮੈਂ ਕਈ ਗੱਲਾਂ ਵੀ ਕੀਤੀਆਂ, ਮੇਰੇ ਅੰਦਰੋਂ ਖੁਸ਼ੀ ਆ ਰਹੀ ਹੈ। ਸਭ ਉਸੇ ਦੀ ਦੇਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ ਇਹ ਗੱਲ ਬਿਲਕੁਲ ਸੱਚ ਹੈ, ਬਿਲਕੁਲ ਸੱਚ ਹੈ। ਮੈਂ ਇੱਕ ਨਹੀਂ ਇਹੋ ਜਿਹਾ ਅਨੇਕਾਂ ਪੇਸ਼ੈਂਟਸ ਨਾਲ ਡੀਲ ਕਰ ਚੁੱਕਾ, ਅਨੇਕਾਂ ਜਿਨ੍ਹਾਂ ਨੂੰ ਕਿਸੇ ਆਪਣੇ ਨਜ਼ਦੀਕੀ ਸੰਬੰਧੀ ਦੇ ਜਾਣ ਤੋਂ ਬਾਅਦ ਜਿਹੜਾ ਟਰਾਮਾ ਹੁੰਦਾ ਨਾ, ਕਿੰਨੇ ਮਹੀਨਿਆਂ ਤੋਂ ਕਿੰਨੇ ਸਾਲਾਂ ਤੋਂ ਉਸ ਟਰਾਮਾ ਵਿੱਚ ਜੀ ਰਿਹਾ, ਪਰ ਸੰਗਤ ਵਿੱਚ ਆਉਂਦਿਆਂ ਸਾਰ ਉਹ ਟਰਾਮਾ ਖਤਮ ਹੋ ਗਿਆ।